तो ये हो सकता है कि ਇਹਦਾ ਇਹ ਨਤੀਜਾ ਨਿਕਲ ਸਕਦਾ ਹੈ ਕਿ ਅੱਲਾਹ ਤਾਲਾ ਨੇ ਇਲਾਮ ਕਰਕੇ ਮਿਰਜ਼ਾ ਸਾਹਿਬ ਨੂੰ ਦੱਸਿਆ ਹੋਵੇ ਕਿ ਨਬੀ ਪਾਕ ਨੇ ਪੇਸ਼ਨ ਗੋਈ ਕੀਤੀ ਸੀ ਕਿ ਇਹ ਦੋ ਸ਼ਰਤਾਂ ਜਿਹਦੇ ਵਿੱਚ ਹੋਣਗੇ ਉਹੀ ਨਬੀ ਬਣੇਗਾ। ਪਹਿਲੇ ਨਾ ਪਤਾ ਹੋਏਗਾ ਉਹਨਾਂ ਦਾ ਲਾਮ ਜਿਹੜਾ ਹੈ ਉਹਨਾਂ ਦੇ ਉੱਤੇ ਪੂਰੀ ਸ਼ਰੀਅਤ ਹੀ ਲਾਮ ਦੇ ਜ਼ਰੀਏ ਨਾਜ਼ਿਲ ਕੀਤੀ ਗਈ ਹੈ ਵੇ ਤੇ ਉਹਨਾਂ ਨਾਲੇ ਸਾਨੂੰ ਸਾਡੇ ਵਾਸਤੇ ਕੋਈ ਸ਼ਰੀਅਤ ਕਾਫੀ ਜਿਹਦੇ ਵਿੱਚ ਅੱਲਾਹ ਤਾਲਾ ਨੇ ਫਰਮਾਇਆ ਹੈ ਅਲ ਯੌਮ ਅਕਮਲਤੁ ਲਕੁਮ ਦੀਨਕੁਮ व ਅਤਮਮਤੁ ਅਲੈਕੁਮ ਨਿਅਮਤੀ व ਰਜ਼ੀਤੁ ਲਕੁਮ ਅਲ ਇਸਲਾਮ ਦੀਨ। ਸਾਡੇ ਵਾਸਤੇ ਤੇ ਉਹ ਅਤਮਮਤੁ ਨਿਅਮਤੀ ਹੋ ਗਈ, ਸਾਨੂੰ ਤੇ ਉਹਦੀ ਹੋਰ ਕਿਸੇ ਨਿਅਮਤ ਦੀ ਲੋੜ ਨਹੀਂ ਹੈ ਨਾ। वो तो ठीक है लेकिन मिर्जा साहब ने जी पहली गल सी ना ओवर राइड हो गई ना जिसले अल्लाह ताला ने ऐलान करके दस दिता ਮਸਲਾ ਮਿਰਜ਼ਾ ਸਾਹਿਬ ਨੂੰ ਆਪਣਾ ਇਹ ਵੀ ਪਹਿਲੇ ਗੱਲ ਜਿਹੜੀ ਕੀਤੀ ਉਹ ਗੱਲ ਦੂਜੀ ਗੱਲ ਨਾਲ ਓਵਰ ਰਾਈਟ ਹੋ ਗਈ। ਇਹ ਮਸਲਾ ਹੈ, ਇਹਦਾ ਕੀ ਕਰਨਾ ਹੈ। ਬਾਕੀ ਉਹ ਲਾਮ ਕਰਕੇ ਉਹਨਾਂ ਨੂੰ ਦੱਸਿਆ ਕਿ ਜੋ ਕੁਝ ਵੀ ਕਰਕੇ ਦੱਸਿਆ ਉਹ ਜਾਣਨ ਤੇ ਮਿਰਜ਼ਾ ਸਾਹਿਬ ਜਾਣਨ। ਸਾਨੂੰ ਇਹ ਸਮਝਾ ਦਿਓ ਵੀ ਇਹ ਬਾਜ਼ ਅਫਰਾਦ ਕਿਹੜੇ ਨੇ। ਮਿਰਜ਼ਾ ਸਾਹਿਬ ਤੇ ਦੂਜੀ ਜਗ੍ਹਾ ਤੇ ਵੀ ਕਹਿੰਦੇ ਨੇ ਕਿ ਮੈਂ ਇਕੱਲਾ ਹੀ ਆ। ਹੁਣ ਜਾਂ ਬਾਜ਼ ਅਫਰਾਦ ਨੇ ਤੇ ਜਾਂ ਫਿਰ ਮਿਰਜ਼ਾ ਸਾਹਿਬ ਨੇ, ਦੋਵਾਂ ਚੋਂ ਇੱਕ ਗੱਲ ਤੇ ਝੂਠੀ ਨਿਕਲੀ ਨਾ। नहीं ਇਹ ਕਿਹੜੇ ਅਫਰਾਦ ਨੇ ਇਹ ਤਾਂ ਨਹੀਂ ਮਿਲੇਗਾ ਕਿਉਂਕਿ ਮਿਰਜ਼ਾ ਸਾਹਿਬ ਨੇ ਉਹਨਾਂ ਦਾ ਕਿਸੇ ਦਾ ਨਾਂ ਹੀ ਨਹੀਂ ਲਿਖਿਆ। ਇਹ ਤੇ ਬਹੁਤ ਮੁਸ਼ਕਲ ਹੈ ਇਹਦਾ ਜਵਾਬ ਮਿਲਣਾ। ਯਾਰ ਨਾਂ ਤੇ ਨਹੀਂ ਲਿਖਿਆ ਪਰ ਅਫਰਾਦ ਤੇ ਹੋਣੇ ਚਾਹੀਦੇ ਨੇ ਨਾ। ਇਹਨਾਂ ਤੇ ਮੰਨਣਾ ਚਾਹੀਦਾ ਅਫਰਾਦ ਹੈ ਨੇ। ਉਹ ਕਹਿੰਦੇ ਨੇ ਦੂਜੀ ਜਗ੍ਹਾ ਤੇ ਕਹਿੰਦੇ ਨੇ ਅਫਰਾਦ ਹੈ ਹੀ ਕੋਈ ਨਹੀਂ, ਮੈਂ ਇਕੱਲਾ ਹੀ ਆ, ਮੈਂ ਹੀ ਮਖਸੂਸ ਕੀਤਾ ਗਿਆ। ਫਿਰ ਅਫਰਾਦ ਵਾਲਾ ਪ੍ਰੋਗਰਾਮ ਵੜ ਗਿਆ ਨਾ। ਹਾਂ ਫਿਰ ਉਹ ਜਿਹੜੇ ਪਹਿਲੇ ਬੰਦੇ ਸਨ ਉਹ ਕਿੱਧਰ ਗਏ? ਉਹ ਕਿੱਧਰ ਗਏ ਫਿਰ? ਇਹ ਮਸਲਾ ਬਣਿਆ ਰਾਤ ਦਾ। ਸੈਣੀ ਸਾਹਿਬ ਦੀ ਬਰਾੜ ਤੇ ਵੀ ਇਹ ਮਸਲਾ ਸੀ ਤੇ ਕੋਈ ਸਮਝ ਨਹੀਂ ਸੀ ਆਉਂਦੇ ਉੱਤੇ ਨਾ। ਛਿੱਤੇ ਪਏ ਸੀ ਮਰਜ਼ਾਈ ਦੇ ਕੰਧਾਂ ਨੂੰ ਵੱਜਦੇ ਸੀ। ਉਹ ਟਰੁੱਥ ਸੀਕਰ ਜਿਹੜਾ ਨਾ ਤੰਬੂੜੀ ਯਾਰ ਕਦੇ ਉਸ ਬੂਹੇ ਨੂੰ ਵੱਜਦਾ ਸੀ ਕਦੇ ਉਸ ਬੂਹੇ ਨੂੰ, ਫਿਰ ਗਾਲਾਂ ਕੱਢਦਾ ਸੀ, ਕਹਿੰਦਾ ਤਲਵੇ ਚਾਟ ਰਿਹਾ ਹੈ। ਟਰੁੱਥ ਸੀਕਰ ਗਾਲਾਂ ਤਾਂ ਨਹੀਂ ਕੱਢਦਾ, ਮੈਂ ਤਾਂ ਨਹੀਂ ਸੁਣਿਆ ਉਹਦੇ ਮੂੰਹ ਤੋਂ ਗਾਲ ਕੇ। ਅੱਛਾ ਚਲੋ ਜੋ ਬੋਲ ਸੁਣਦਾ ਸੀ ਮੇਰੇ ਉੱਤੇ फिर मिर्जाइयां दा एक बंदा विच बोलिया, उसने कहा कि आज जवाब साढ़े को नहीं कल जेड़ा ना दिस। हाँ और राणा राशिद ने कहा है कि ਇਹਦਾ ਜਵਾਬ ਅਸੀਂ ਕੱਲ ਸੋਚ ਕੇ ਦੇਵਾਂਗੇ, ਅੱਜ ਸਾਡੇ ਕੋਲ ਇਹਦਾ ਜਵਾਬ ਨਹੀਂ ਹੈ। ਨਹੀਂ ਇਹਦਾ ਜਵਾਬ ਮੈਨੂੰ ਨਹੀਂ ਲੱਗਦਾ ਕਿ ਇਹਦਾ ਜਵਾਬ ਕਿਧਰੋਂ ਮਿਲ ਪਾਏਗਾ। ਸ਼ਾਬ ਸ਼ੁਕਰ ਸਾਹਿਬ ਮਾਜ਼ਰਤ ਕਬੂਲ ਕਰ ਲਓ, ਸਾਡਾ ਮੈਸੇਜ ਕੱਲ ਦਾ ਪੜ੍ਹ ਲਿਆ ਜੇ ਕੋਈ ਨਹੀਂ ਪੜ੍ਹ ਲਿਆ ਇੱਕ ਮੇਰੇ ਉੱਤੇ ਆ ਕੇ ਦੱਸੋ ਮੈਨੂੰ। ਜੇ ਤੇ ਮਿਰਜ਼ਾ ਸਾਹਿਬ ਪੋਸਟਰ ਲਾਇਆ ਸੀ ਉਹ ਪੜ੍ਹਿਆ ਕਿ ਕੋਈ ਨਹੀਂ ਪੜ੍ਹਿਆ? ਮਿਰਜ਼ਾ ਸਾਹਿਬ ਅਗਰ ਅਹਿਯਾਤ ਹੁੰਦੇ ਤੇ ਉਹਨਾਂ ਕੋਲ ਪੁੱਛਿਆ ਜਾ ਸਕਦਾ ਸੀ ਉਹ ਪਹਿਲੇ ਬੰਦੇ ਕਿਧਰ ਦੇ, ਪਹਿਲੇ ਉਹਨਾਂ ਦਾ ਹਵਾਲਾ ਤਾਂ। ਇੱਕ ਮਿੰਟ ਤੁਸੀਂ ਇੱਕ ਮਿੰਟ ਜ਼ਰਾ ਮਿਊਟ ਲਾਓ ਆਬਦ ਸਾਹਿਬ, ਇੱਕ ਮਿੰਟ ਮਿਊਟ ਲਾਓ ਫਿਰ ਐਸੇ ਮੌਜੂਦ ਤੇ ਗੱਲ ਇੱਥੇ ਸ਼ੁਰੂ ਕਰ ਲਓ। ਕੱਲ ਮੈਂ ਇੱਥੇ ਪੋਸਟਰ ਲਾਇਆ ਸੀ ਸ਼ਾਪ ਸ਼ੂਟਰ ਸਾਹਿਬ ਪੜ੍ਹਿਆ ਸੀ ਕੋਈ ਨਹੀਂ ਸੀ ਪੜ੍ਹਿਆ? नहीं पढ़ा मैंने इनबॉक्स कर दिया ਯਾਰ ਇੱਥੇ ਸਭ ਨੇ ਪੜ੍ਹਿਆ ਕੱਲ ਮੈਸੇਜ, ਕੋਈ ਬੰਦਾ ਨਹੀਂ ਰਹਿ ਗਿਆ ਜਿਹਨੇ ਨਹੀਂ ਪੜ੍ਹਿਆ। मैं नहीं पढ़ा मैंने इनबॉक्स कर दियो। ਅੱਛਾ ਉਹ ਦੁਬਾਰਾ ਲਾ ਦਿੰਦੇ ਅਸੀਂ ਇਨਬਾਕਸ ਕੀ ਕਰਨਾ ਹੈ ਇਹ ਹੁਣੇ ਲਾ ਦਿੰਦੇ ਤੇ ਤੁਹਾਨੂੰ ਦਿਖਾ ਦਿੰਦੇ। ਤੇ ਪੜ੍ਹ ਕੇ ਸੁਣਾ ਦਿਓ ਬਲਕਿ ਸਾਨੂੰ, ਸਾਡੇ ਇਲਮ ਚ ਇਜ਼ਾਫਾ ਕਰ ਦਿਓ ਕੀ ਲਿਖਿਆ। इस ब्राड पर से वो लोग आए जो अपने मुसलमानों के खिलाफ हर किस्म की तनकीद और लड़ाई झगड़े से ताइब हैं, लेकिन आपको किसी भी मुसलमान के खिलाफ कुछ भी सुनना है तो आप बला तफरक यहाँ से दूर हो जाएं। ਥੱਲੇ ਵਾਲਾ ਪੜ੍ਹ ਦਿਓ। हाँ जी इत्यादा न तरला तनाज़ात ख़त्म है। जिस मुसलमान को मैंने कोई ज़ाती की हो मैं आमर नज़ीर इससे माफ़ी मांगता हूँ, लेकिन अगर आपको हमारे अंदाज से इख्तलाफ है तो प्लीज़ हमसे दूर है। हमारे पास बहस और तकरार के लिए वक्त मौजूद नहीं है। वस्सलाम। तो ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਵੇ ਕਿ ਇਹ ਸੈਣੀ ਸਾਹਿਬ ਰਾਤੀ ਕਹਿੰਦੇ ਸੀ ਵੀ 9ਵੀਂ ਜਮਾਤ ਦੀ ਤੇ 10ਵੀਂ ਜਮਾਤ ਦੀ ਉਰਦੂ ਦੀ ਕਿਤਾਬ ਪਾਕਿਸਤਾਨ ਨੂੰ ਮੰਗਵਾ ਕੇ ਨਾ ਉਹਨੂੰ ਪੜ੍ਹਨਾ ਹੈ ਤੇ ਉਹਦੇ ਚ ਜੁਮਲਾ ਇਨਸ਼ਾਈਆ ਤੇ ਜੁਮਲਾ ਖਬਰੀਆ ਦੀ ਤਾਰੀਫ ਪੜ੍ਹਨੀ ਹੈ ਤੇ ਫਿਰ ਸਮਝ ਆ ਜਾਏਗੀ ਕੀ ਲਿਖਿਆ। ਇਹ ਜੁਮਲਾ ਖਬਰੀਆ ਹੈ ਕਿ ਜੁਮਲਾ ਇਨਸ਼ਾਈਆ ਹੈ? ਭਾਈ ਉਰਦੂ ਦੀ ਤਹਿਰੀਰ ਹੈ ਕਿ ਜੇ ਮੁਸਲਮਾਨ ਮੁਸਲਮਾਨਾਂ ਦੇ ਉੱਤੇ ਤਨਕੀਦ ਛੋੜ ਦੇਣ, ਇੱਕ ਦੂਜੇ ਨਾਲ ਲੜਾਈ ਝਗੜਾ ਛੋੜ ਦੇਣ, ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਛੋੜ ਦੇਣ ਤੇ ਵੈਲਕਮ। ਜੇ ਜਾਰੀ ਰੱਖਣਾ ਚਾਹਣ ਤੇ ਸਾਨੂੰ
ਫਰਕ ਸਮਝਣ, ਸਾਨੂੰ 3 ਤਲਾਕਾਂ ਦੇ ਦੇਣ ਤੇ ਸਾਡੇ ਤੋਂ ਪਿੱਛੇ ਰਹੋ, ਇਹ ਮਤਲਬ ਹੈ। ਇਹਦੇ 'ਚ अच्छा आमिर ਗੱਲ ਹੈ भी ਕਿ तुसी यानी ये कहना चाहते हो कि उम्मत विच जिहड़ा है किसी नाल इख्तलाफ नहीं करना चाहिए? नहीं, इख्तलाफ तो नहीं मैं क्या कि नहीं करना चाहिए। मैं तो टिकटॉक के उत्ते क्या है कि बहस तकरार तनकीद झगड़ा नहीं करना टिकटॉक के उत्ते। अगर किसी नाल कोई इख्तलाफ हो गया तो कुरान की आयत उत्ते लिखी फाइन तनाज़ातुम फी शैइन फरुद्दूहु इलल्लाहि व रसूल। तुसी फोन करो ਉਹਦੇ ਉੱਤੇ ਦੇਖ ਲਓ ਅੱਲਾਹ ਤੇ ਅੱਲਾਹ ਦੇ ਰਸੂਲ ਨਾਲ ਲਟਾ ਕੇ ਮਸਲਾ ਹੱਲ ਹੋ ਸਕਦਾ ਹੈ, ਬਹੁਤ ਅੱਛੀ ਗੱਲ ਹੈ। ਲੇਕਿਨ ਇਹ ਤੇ ਟਿਕਟਾਕ ਤੇ ਨਹੀਂ ਹੋਣਾ ਚਾਹੀਦਾ। ਤਨਾਜ਼ਾ ਹੋ ਗਿਆ ਹੈ, ਦੇਖ ਲਓ ਕੁਰਾਨ ਔਰ ਹਦੀਸ ਨੇ ਜੋ ਤੁਹਾਨੂੰ ਕਿਹਾ ਉਹਦੇ ਮੁਤਾਬਕ ਫੈਸਲਾ ਬਹਿ ਕੇ ਕਰ ਲਓ, ਕਿਰੇ ਕੱਲਿਆਂ ਬਹਿ ਕੇ ਲਹਿਦਾ ਬਹਿ ਕੇ। ਲੇਕਿਨ ਇੱਥੇ ਜੋ ਕੋਈ 3 ਮਹੀਨੇ ਦਾ ਪਿੱਛੇ ਦਾ ਚੱਲ ਰਿਹਾ ਹੈ ਨਾ, ਇਨਫ ਇਜ਼ ਇਨਫ, ਇਨਫ ਇਜ਼ ਇਨਫ। आमिर भाई पता नहीं तुहानू पता या नहीं पता कि कुछ लोग मेरी फैमिली ਨੂੰ ਮੁਸਲਮਾਨ ਟਾਰਗੇਟ ਕਰਦੇ ਰਹੇ ਨੇ ਤੇ ਤੁਸੀਂ ਪਿਛਲਾ ਸਾਰਾ ਮੈਨੂੰ ਸਾਰਾ ਪਤਾ ਹੈ, ਪਿਛਲਾ ਮੈਨੂੰ ਸਾਰਾ ਪਤਾ, ਪਿਛਲਾ ਨਾ ਮੈਨੂੰ ਦੱਸੋ। ਠੀਕ ਹੈ ਕੱਲ ਠੀਕ 18 ਹੈ ਅਕਤੂਬਰ ਕੱਲ 18 ਅਕਤੂਬਰ ਨੂੰ ਇਹ ਫੈਸਲਾ ਕੀਤਾ ਗਿਆ ਔਰ ਇਹਦੇ ਤੇ ਤਕਰੀਬਨ ਸਭ ਮੁਸਲਮਾਨਾਂ ਨੇ ਆਮੀਨ ਕਹੀ ਹੈ। ਅਲਹਮਦੁਲਿਲਾ ਸਾਰਿਆਂ ਨੇ ਤਾਵਨ ਕੀਤਾ ਹੈ। ਤੁਸੀਂ ਵੀ ਤਾਵਨ ਕਰੋ ਤੇ ਇਹਨੂੰ ਖਤਮ ਕਰ ਦਿਓ ਗੱਲ ਨੂੰ। ਜਿਨ੍ਹਾਂ ਨੇ ਫੈਮਲੀਆਂ ਟਾਰਗੇਟ ਕਰ ਲੀਆਂ, ਜਿਨ੍ਹਾਂ ਨੇ ਮਾਵਾਂ ਭੈਣਾਂ ਦੀਆਂ ਗਾਲਾਂ ਇੱਕ ਦੂਜੇ ਨੂੰ ਕੱਢ ਲਈਆਂ, ਜਿਨ੍ਹਾਂ ਨੇ ਇੱਕ ਦੂਜੇ ਦੀਆਂ ਫੋਟੋਆਂ ਟੰਗ ਲੀਆਂ, ਬੱਚਿਆਂ ਦੀਆਂ, ਬੀਵੀਆਂ ਮਾਵਾਂ ਦੀਆਂ, ਪੁੱਤਰਾਂ ਪਿਓਾਂ ਦੀਆਂ ਟੰਗ ਟੁੰਗ ਲੀਆਂ, ਕਹਿ ਲਿਆ। ਹੁਣ ਇਸ ਤੋਂ ਅੱਗੇ ਦੀ ਗੱਲ ਹੈ, ਅੱਗੇ ਦੀ ਗੱਲ ਕਰੋ। 18 ਤਰੀਕ ਤੋਂ ਕੱਲ ਤੋਂ ਐਲਾਨ ਹੋ ਗਿਆ ਤੇ ਜੇ ਤੁਸੀਂ ਨਹੀਂ ਪੜਿਆ ਤਾਂ ਮੰਨ ਲਿਆ, ਮੈਂ ਤੁਹਾਡੀ ਗੱਲ ਮੰਨ ਲਈ, ਮੈਂ ਤੁਹਾਨੂੰ ਦੇਖਿਆ ਨਹੀਂ ਵਾਕਿਆ ਤੁਹਾਨੂੰ ਕੱਲ ਆਪਣੀ ਬਰਾੜ ਦੇ ਉੱਤੇ ਨਹੀਂ ਪੜਿਆ ਹੋਣਾ, ਹੁਣ ਤੁਸੀਂ ਪढ़ लिया। मैं आमिर भाई पढ़ लिया लेकिन अच्छा ठीक है मैं पढ़ लिया, लेकिन थले एक बंदा मोहम्मद ज़ाहिद मैंने गाला लिख रहा है, उसके बारे च की कह रहे हो? ਹੁਣ ਗੱਲ ਕੋਈ ਲਿਖੀ ਹੈ मैंने थले? हाँ 18 तो बाद ने लिखी है उन्हें। ਇਹ ਕਿੱਥੇ ਵੇ ਗੱਲ ਭਾਓ ਮੈਨੂੰ ਸਕਰੀਨਸ਼ਾਟ ਲੈ ਕੇ ਹੁਣ ਇਸ ਬਰਾੜ ਦੀ ਗੱਲ ਹੈ। जी ਸੀ ਬਰਾੜ ਉੱਤੇ ਵਾਹ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਆਮਰ ਭਾਈ ਕਿਸੇ ਮੈਂ ਡਰਾਈਵ ਕਰਦਾ, ਮੇਰੀ ਇੱਕ ਮਿੰਟ ਗੱਲ ਸੁਣ, ਮੈਂ ਵੱਡੀ ਰੋਡ ਤੇ ਡਰਾਈਵ ਕਰ ਰਿਹਾ, ਮੈਂ ਸਾਰੇ ਮੈਸੇਜ ਉੱਤੇ ਜਾ ਰਿਹਾ, ਮੈਨੂੰ ਤੇ ਗੱਲ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਕੀ ਦਿੱਤੀ ਹੈ। ਮੈਂ ਤੁਹਾਨੂੰ ਕੱਲ ਦੀ ਗੱਲ ਵੀ ਦੱਸਣਾ ਠੀਕ ਹੈ। ਅੱਛਾ ਕੱਲ ਵਾਲੀ ਤੇ ਹੋ ਸਕਦਾ ਪਹਿਲੇ ਦਾ ਵਾਕਿਆ ਹੋਵੇ। ਇਹ ਜਿਸ ਵੇਲੇ ਬਰਾੜ ਡਿੱਗੀ ਇਹਨੂੰ ਉੱਥੋਂ ਲੈ ਕੇ ਉਹਨਾਂ ਦੇ ਮੈਸੇਜ ਨਜ਼ਰ ਆ ਗਏ ਨੇ। ਹਾਂ ਮੇਰੇ ਕੋਲ ਮੈਂ ਥੱਲੇ ਸੁੱਟੋ ਉਹ ਆਇਆ ਤੇ ਉਹਦੀ ਵਜ੍ਹਾ ਨਾਲ ਉਹ ਬਰਾੜ ਡਿੱਗ ਗਈ। ਉਸ ਤੋਂ ਥੱਲੇ ਕੋਈ ਮੈਸੇਜ ਉਹਨਾਂ ਦਾ ਗਾਲੀ ਵਾਲਾ ਮੈਨੂੰ ਨਜ਼ਰ ਨਹੀਂ ਆ ਰਿਹਾ। ਮਨੂਸ ਕਹਿਣਾ ਕਿਸੇ ਨੂੰ ਗਾਲੀ ਉਹਨੂੰ ਕਹਿ ਰਿਹਾ, ਉਹਨੂੰ ਉਹ ਗੈਰ ਮੁਸਲਮ ਨੂੰ ਕਹਿ ਰਿਹਾ, ਮੁਸਲਮਾਨ ਨੂੰ ਨਹੀਂ ਕਹਿ ਰਿਹਾ। ਨਹੀਂ ਤੁਹਾਨੂੰ ਕਿਸੇ ਬੰਦੇ ਗੱਲ ਕਹੀ ਐਵੇਂ ਖਾਮਖਾ ਗੱਲ ਨੂੰ ਖਿੱਚ ਜਾਂਦੇ ਹੋ। ਆਮਿਰ ਭਾਈ ਕੋਈ ਗੱਲ ਨਹੀਂ ਹੈ ਯਾਰ, ਕੋਈ ਗੱਲ ਮੈਨੂੰ ਨਜ਼ਰ ਕਿਉਂ ਨਹੀਂ? ਮੈਂ ਮੇਰੀ ਗੱਲ ਸੁਣੋ ਨਾ ਆਮਿਰ ਭਾਈ ਪਲੀਜ਼, ਮੈਂ ਗੱਲ ਪੁੱਛਣਾ। ਉੱਤੇ ਗੈਰ ਮੁਸਲਮ ਉੱਤੇ ਬੈਠਾ ਸੀ ਨਾ? ਹਾਂ उसने क्या थल्ले लिखा थल्ले एक मनूस आया ते बराड़ डिग गई है, उस टाइम मैं आया सी। ਯਾਰ ਐਵੇਂ ਨਹੀਂ ਗੱਲਾਂ ਖਿੱਚਦੀਆਂ ਹੈ ਨਾ। ਉਹ ਕਿਹਾ ਸੀ ਬਈ ਇਹਨੂੰ ਥੱਲੇ ਸੁੱਟੋ, ਬਰਾੜ ਡਿੱਗ ਗਈ ਇਹਦੀ ਵਜ੍ਹਾ ਨਾਲ, ਇਸ ਨੂੰ ਵੀ ਮਨੂਸ ਕਹਿ ਰਹੇ, ਮੈਨੂੰ ਪਤਾ। ਚਲੋ ਮੈਂ ਤੁਹਾਡੀ ਗੱਲ ਮੰਨ, ਬਰਾੜ ਮੇਰੇ ਕੋਲ ਕੰਟਰੋਲ ਨਹੀਂ ਸੀ ਹੋ ਰਿਹਾ ਨਾ, ਮੈਂ ਸਿਗਨਲ ਨਹੀਂ ਸੀ ਆ ਰਹੇ ਤੇ ਬਰਾੜ ਡਿੱਗ ਗਈ ਸੀ ਉਸ ਵੇਲੇ। ਬਹਰਹਾਲ ਉਹਨਾਂ ਨੇ ਕਿਸੇ ਨੇ ਸਾਰਿਆਂ ਮੁਸਲਮਾਨਾਂ ਨੇ ਕਿਹਾ ਕੋਈ ਮੁਸਲਮਾਨ ਕਿਸੇ ਦੂਸਰੇ ਮੁਸਲਮਾਨ ਦੇ ਉੱਤੇ ਨਾ ਤਨਕੀਦ ਕਰੇਗਾ, ਨਾ ਗਾਲ ਕੱਢੇਗਾ। ਜ਼ਾਹਿਦ ਭਾਈ ਨਾ ਕਰੋ ਮੈਸੇਜ, ਮੈਂ ਜੋ ਗੱਲ ਕਰਨਾ ਤੇ ਮੇਰੇ ਤੇ ਇਤਬਾਰ ਹੋ, ਤੇ ਨਾ ਕੋਈ ਕਿਸੇ ਨੂੰ ਬੁਰਾ ਭਲਾ ਕਹੇਗਾ। ਈਵਨ ਜਿਹੜੇ ਬੰਦੇ ਨੇ ਕਰਨੀ ਹੈ ਉਹ ਆਜ਼ਾਦ ਕਰਨ ਚ, ਲੇਕਿਨ ਸਾਡਾ ਉਹਦਾ ਨਾ ਫਿਕਰ ਲੱਗੋ, ਉਹ ਕਰਦਾ ਰਹੇ, ਆਪਣੀ ਬਰਾੜ ਲਾ ਕੇ ਲੱਗਿਆ ਤੇ ਲੱਗਾ ਰਹੇ, ਕਿਸੇ ਨੂੰ ਧੱਕਾ ਦੇ। ਇੱਕ ਮਿੰਟ ਯਾਰ ਜ਼ਿਸ਼ਾਨ ਸਾਹਿਬ, ਤੁਸੀਂ ਹੌਸਲਾ ਕਰੋ, ਤੁਹਾਡੀ ਗੱਲ ਲੈਣ ਲੱਗੇ, ਤੁਹਾਡੇ ਵਾਦੀ ਬਰਾੜ ਲਾਈ ਹੈ, ਅਸੀਂ ਆਪਣੇ ਲੜਾਈਆਂ ਵਿੱਚ ਬਰਾੜ ਲਾਈ ਨਹੀਂ ਹੈ। ਠੀਕ ਹੋ ਗਿਆ, ਸਹੀ ਹੈ। ਮਤਲਬ ਮੈਂ ਤੁਹਾਡੀ ਗੱਲ ਸਮਝ ਗਿਆ, ਯਾਨੀ ਕਿ ਕਿਸੇ ਨੂੰ ਕੁਝ ਨਹੀਂ ਕਹਿਣਾ, ਬਿਲਕੁਲ ਨਹੀਂ ਕਹਿਣਾ। ਜੋ ਕਹਿਣਾ ਫੋਨ ਤੇ ਕਹਿਣਾ, ਜੋ ਕਹਿਣਾ ਫੋਨ ਤੇ ਕਹਿਣਾ। ਫੋਨ ਤੇ ਜੋ ਮਰਜ਼ੀ ਕੋਈ ਕਿਸੇ ਨੂੰ ਗਾਲਾਂ ਵੀ ਕੱਢੇਗਾ ਉਹ ਲਿਆ ਕੇ ਜਿਸ ਵੇ ਇੱਥੇ ਸੁਣਾਏਗਾ। ਟਿਕਟਾਕ ਦੀ ਪਾਬੰਦੀ ਲੱਗ ਗਈ ਹੈ, ਜਿਹਨੇ ਟਿਕਟਾਕ ਦੇ ਉੱਤੇ ਕੋਈ ਕਿਸੇ ਦੀ ਗਾਲ ਪਲੇ ਕੀਤੀ, ਸੁਣਾਈ, ਆਪ ਗਾਲ ਕੱਢੀ, ਉਹ ਉੱਡਾ ਹੀ ਮੁਜਰਮ ਹੈ, ਭਾਵੇਂ ਉਹਨੇ ਕੱਢੀ ਹੈ ਤੇ ਭਾਵੇਂ ਉਹਨੇ ਕਿਸੇ ਦੀ ਸੁਣਾਈ ਹੈ। WhatsApp ਤੇ ਜਾ ਕੇ ਕਰ ਲਓ ਜਿਹੜੀ ਆਮਿਰ ਭਾਈ ਮੈਂ ਤੁਹਾਨੂੰ ਗੱਲ ਦੱਸਦਾ, ਮੇਰੀ ਇੱਕ ਵਾਰ ਸੁਣ ਲਿਓ। ਇੱਕ ਤੇ ਮੈਂ ਉਹਨਾਂ ਨੂੰ ਚੈਲੰਜ ਕੀਤਾ ਕਿ ਮੇਰੀ ਇੱਕ ਗੱਲ ਦੱਸ ਦਿਓ ਜਿਹੜੀ ਮੈਂ ਤੁਹਾਨੂੰ ਕੱਢੀ ਹੋਵੇ, ਨਹੀਂ ਦੱਸ ਸਕੇ। ਰਿਕਾਰਡਿੰਗ ਮੈਂ ਤੁਹਾਨੂੰ ਹੋ ਗਿਆ ਨਾ ਸ਼ਾਰਪ ਸ਼ੂਟਰ ਭਾਈ, ਮੇਰੀ ਗੱਲ ਸੁਣੋ ਨਾ। ਇੱਕ ਰੈੱਡ ਕਾਰਡ ਹੈ ਸਾਡੇ ਕੋਲ ਤੇ ਇੱਕ ਯੈਲੋ ਕਾਰਡ ਹੈ, ਇਹਨੂੰ ਗੱਲ ਨੂੰ ਖਤਮ ਕਰ ਦਿਓ। ਜੇ ਕਲੀਅਰ ਹੋ ਗਈ ਗੱਲ ਤਾਂ ਖਾਮਖਾ ਪਿਛਲੀ ਨੂੰ ਮੈਂ ਕਹਿੰਦਾ ਨਾ ਰਗੜੋ ਨਾ, ਪਿਛਲੀ ਨੂੰ ਛੱਡ ਦਿਓ, ਹੋਗੀ ਗੱਲ। ਚਲੋ ਅੱਗੇ ਸਾਰੀਆਂ ਅੱਛਾ ਹਾਂ, ਮਿਸਾਲ ਦੇ ਤੌਰ ਤੇ ਕੋਈ ਵੀ ਬੰਦਾ ਆਨਵਰਡ ਕੱਲ ਥੱਲੇ ਆ ਕੇ ਬਰਾੜ ਤੇ ਮੈਨੂੰ ਗਾਲ ਲਿਖਦਾ ਹੈ,
ਉਹ ਲਿਆਓ ਮੈਨੂੰ ਤੇ- ਦੇਣਾ ਸੁਣੋ ਤੁਹਾਨੂੰ ਨਾ। ਗਾਲ ਕੱਢੇ ਨਾ ਜਿਹੜਾ ਬੰਦਾ ਉਹ ਮੈਨੂੰ ਦੇਣਾ ਮੈਸੇਜ ਤੇ ਉਹਦੇ ਨਾਲ ਮੇਰੀ ਪੂਰੀ ਗੱਲ ਸੁਣ ਲਓ ਨਾ, ਪੂਰੀ ਗੱਲ ਸੁਣ ਲਓ। ਯਾਨੀ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਤਲੇ ਗਾਲ ਲਿਖੇ ਉਹਨੂੰ ਰਿਲੈਕਸੇਸ਼ਨ ਹੈ, ਉਹਨੂੰ ਕੁਝ ਨਹੀਂ ਕਹਿਣਾ। ਉਹਨੂੰ ਮਿਊਟ ਕਰੋ, ਤੁਸੀਂ ਉਹਨੂੰ- ਤੁਹਾਡੀ ਬਰਾੜ ਉਹਨੂੰ ਮਿਊਟ ਕਰੋ, ਉਹਨੂੰ ਫਾਰਗ ਠੀਕ ਹੈ, ਕਰੋ। ਠੀਕ ਹੈ, ਮਿਊਟ ਵੀ ਕਰ ਦਿੱਤਾ, ਫਾਰਗ ਵੀ ਕਰ ਦਿੱਤਾ, ਯਾਨੀ ਕਿ ਉਸਨੂੰ ਜਵਾਬ ਹੈ ਕੁਝ ਵੀ ਨਹੀਂ ਕਹਿਣਾ, ਔਰ ਜੋ ਕੁਝ ਕਹਿਣਾ ਉਹਨੂੰ ਹਾਂ। WhatsApp ਉੱਤੇ ਕਹਿਣਾ। WhatsApp ਤੇ ਜਿਹੜੀ ਗੱਲ ਕਰਨੀ ਹੈ। ਆਮਰ ਭਾਈ ਦੇਖੋ ਇਹ ਤੇ ਨਾ ਇਨਸਾਫੀ ਹੈ ਨਾ, ਇੱਕ ਬੰਦਾ ਸੋਸ਼ਲ ਮੀਡੀਆ ਤੇ ਤੁਹਾਨੂੰ ਕੁਝ ਕਹਿੰਦਾ ਹੈ, ਉਹ ਤੁਸੀਂ ਉਹਨੂੰ WhatsApp ਤੇ ਕਹੋ। ਇੱਥੇ ਕੋਈ ਬੰਦਾ ਮਿਸਾਲ ਦੇ ਤੌਰ ਤੇ ਇੱਥੇ ਥੱਲੇ ਕੋਈ ਟੈਕਸਟ ਮੈਸੇਜ ਲਿਖੇ, ਉਹਨੂੰ ਮਿਊਟ ਕਰਦੇ ਆ, ਕਿੰਨੇ ਕੁ ਸਕਿੰਟ ਲੱਗ ਜਾਂਦੇ ਨੇ, ਕਿੰਨੀ ਕੋ ਨੇ ਸੈਟੀ ਕਰ ਲਈ 1-2 ਸਕਿੰਟ ਦੀ। आमिर भाई ਉਹਨੂੰ ਮਿਊਟ ਕਰ ਦਿੱਤਾ। आमिर भाई ये 10 शार्प जड़ा है ना शार्प शूटर है आमिर भाई, तो तेरी इज्जत इतना ही ज्यादा ਮੈਂ ਯਾਰ ਗੱਲ ਲੰਮੀ ਨਹੀਂ ਕਰਨਾ ਚਾਹੁੰਦਾ, ਮੈਨੂੰ ਗੱਲ ਮਕਾਨ ਦੇ ਮਲਕ ਇਮਰਾਨ ਨਾ ਖਿੱਚ। वापस टॉपिक पे आ जाओ यार, लेटन दे राम पे चला गया प्लीज। ਮਲਕ ਇਮਰਾਨ ਮੈਂ ਤੇਰੇ ਨਾਲ ਅਸੀਂ ਗੱਲ ਗੱਲ ਨਹੀਂ ਕਰ ਰਿਹਾ। जजाक अल्लाह जी, बहुत बहुत शुक्रिया। ਗੱਲ ਖਤਮ ਹੋ ਗਈ ਏ, ਇਹਨੂੰ ਨਾ ਰਗੜਾ ਦੇ ਗੱਲ ਨੂੰ ਮਲਕ ਇਮਰਾਨ, ਮੈਨੂੰ ਗੱਲ ਮੁਕਾਉਣ ਦੇ। ਬਸ ਇੰਨੀ ਗੱਲ ਏ, ਸਾਰੇ ਭਰਾ ਤਾਵਨ ਕਰੋ, ਕੋਈ ਬੰਦਾ ਇਹਦੇ 'ਚ ਹੁਣ ਮਜ਼ੀਦ ਪਿਛਲੀਆਂ ਗੱਲਾਂ ਨੂੰ ਲੈ ਕੇ ਹਿੱਸਾ ਨਾ ਬਣੋ, ਨਾ ਇਹਦੇ ਵਿੱਚ ਆਓ। ਮੈਂ ਅੱਗੇ ਵੇਖਿਆ ਸਵੇਰੇ ਤੇ ਮੈਂ ਕਿਹਾ ਸ਼ਾਇਦ ਇੰਝ ਹੀ ਹੋਵੇ ਦੀ ਗੱਲ। ਉਹ ਦੂਜੇ ਮਸੂਫ ਜਿਹੜੇ ਸਨ ਉਹ ਤੇ ਇੱਥੇ ਵੇਖ ਕੇ ਸੁਣ ਕੇ ਗਏ ਨੇ। ਇੱਕ ਜਿਹੜੇ ਨੇ ਉਹਨਾਂ ਦੀ ਤੇ ਮੈਂ ਬਕਾਇਦਾ ਆਡੀਓ ਕੱਲ ਸੁਣੀ ਹੈ ਕਿ ਉਹ ਕਹਿ ਰਹੇ ਸਨ ਕਿ ਉੱਥੇ ਮੁਸਲਮਾਨ ਆਪਸ ਵਿੱਚ ਸਲਾਹ ਤੇ ਕਰਦੇ ਸਨ। ਉਹਦੇ ਬਾਵਜੂਦ ਸ਼ੁਰੂ ਹੋਏ ਨੇ, ਇਹਨਾਂ ਨੂੰ ਪਤਾ ਨਹੀਂ ਕਿੰਨੀ ਕਿ ਸਲਾਹ ਆਈ, ਕਿੰਨਾ ਕਿ ਨਾ ਆਪਣੇ ਆਪ ਨੂੰ ਮੁਸਲੇ ਸਮਝਿਆ। ਬਹਰਹਾਲ ਮੈਂ ਕਿਸੇ ਤੇ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੁੰਦਾ, ਜਿਹੜਾ ਆਪਣੇ ਆਪ ਨੂੰ ਮੁਸਲੇ ਸਮਝਦਾ ਹੈ, ਉਹ ਪਰਾਂ ਹੋ ਕੇ ਨਾ ਇਸਲਾਹ ਜੂਏ ਤੇ ਸਲਾਹ ਕਰੇ, ਸਾਨੂੰ 3 ਤਲਾਕਾਂ ਦੇਵੇ, ਸਾਨੂੰ ਫਾਰਗ ਸਮਝ। ਇੰਨੀ ਗੱਲ। ਹੁਣ ਅਸੀਂ ਇਹਨਾਂ ਨੂੰ ਇੱਕ ਗ੍ਰੀਨ ਕਾਰਡ, ਆਪਣਾ ਰੈੱਡ ਕਾਰਡ, ਇੱਕ ਯੈਲੋ ਕਾਰਡ, ਇਹਨਾਂ ਨੂੰ ਡੀਲ ਕਰੀਏ, ਠੀਕ ਹੈ? ਠੀਕ ਹੋ ਗਿਆ ਮੈਂ ਜੀ ਭਾਈ। ਪੋਸਟ ਲਾਉਣ ਲੱਗਾ ਦੁਬਾਰਾ। ਟਰੂ ਮੁਸਲਿਮ ਸਾਹਿਬ ਨਾਲ ਗੱਲ ਕਰੋ। ਟਰੂ ਮੁਸਲਿਮ ਸਾਹਿਬ ਨਾਲ ਕਰ ਲਓ ਗੱਲ, ਜਿਹੜੀ ਤੁਹਾਨੂੰ ਸਮਝ ਨਹੀਂ ਸੀ ਨਾ ਵੀ ਆਉਂਦੀ। ਅੱਛਾ, ਇੱਕ ਗੱਲ ਤੇ ਇਹ ਹੈ ਕਿ ਇਹ ਜਿਹੜਾ ਤੁਸੀਂ ਮਿਆਰ ਬਣਾਇਆ ਹੈ ਕਿ ਤੁਸੀਂ ਇੱਕ ਦੂਸਰੇ ਨੂੰ ਗਾਲ ਨਹੀਂ ਕੱਢਣੀ, ਜਿਹੜਾ ਗਾਲ ਕੱਢੇਗਾ ਤੁਸੀਂ ਯਾਰ ਬਹੁਤ ਸਾਨੂੰ ਛੱਡ ਦੇ, ਮੁਸਲਮਾਨਾਂ ਨੂੰ ਛੋੜ, ਤੂੰ ਗਾਲ ਦੀ ਗੱਲ ਨਹੀਂ ਯਾਰ। ਅਸੀਂ ਜਾਣੀ ਮੇਰਾ ਯਾਰ ਸਵਾਲ ਤੇ ਸੁਣੋ ਨਾ, ਅਗਰ ਸਾਡੇ ਮਰਜ਼ਈਆਂ ਨੂੰ ਗਾਲ ਕੱਢਣ ਤੇ ਉਹਨੂੰ ਵੀ ਨਹੀਂ ਲਵੋਗੇ, ਯਾਰ ਉਹਨੂੰ ਮਰਜ਼ਾਈ ਲਵੋਗੇ ਨਹੀਂ ਜਾਣਨ, ਯਾਰ ਮਰਜ਼ਾਈ ਕੱਢਣ ਸਾਨੂੰ, ਮਰਜ਼ਾਈਆਂ ਨੂੰ ਜਿਹੜਾ ਕੱਢਦਾ ਹੈ, ਨਹੀਂ। ਅਗਰ ਇਹ ਸ਼ਾਰਪ ਸ਼ੂਟਰ, ਮੈਂ ਇੱਕ ਮਿਸਾਲ ਦੇ ਰਿਹਾ, ਸ਼ਾਰਪ ਸ਼ੂਟਰ ਕਿਸੇ ਮਰਜ਼ਈ ਯਾਰ ਮਰਜ਼ਾਈਆਂ ਦੀ ਇਹ ਗੱਲ ਨਹੀਂ, ਅਸੀਂ ਮੁਸਲਮਾਨਾਂ ਦੀ ਆਪਸ ਦੀ ਗੱਲ ਕੀਤੀ, ਤੂੰ ਛੱਡ ਦੇ ਗੱਲ ਨੂੰ, ਉਸ ਨੂੰ ਇਹਦਾ ਮਤਲਬ ਮਰਜ਼ਈਆਂ ਨੂੰ ਬੇਸ਼ੱਕ ਗਾਲਾਂ ਲਵੋਗੇ। ਆਬਦ ਸਾਹਿਬ ਪੰਗਾ ਪੁੱਠਾ ਨਾ ਪਾਇਆ ਕਰੋ, ਤੁਹਾਨੂੰ ਜਿਹੜੀ ਮੱਝ ਥੱਲੇ ਛੱਡੀ ਹੈ ਨਾ, ਠਹਿਰੋ ਜੀ, ਤੁਸੀਂ ਉਹਨੂੰ ਠਹਿਰੋ ਆਮਰ ਭਾਈ, ਕੱਟੇ ਥੱਲੇ ਇਸ ਗੱਲ ਨੂੰ ਆਮਰ ਭਾਈ ਮੈਂ ਇਸ ਗੱਲ ਨੂੰ ਖਤਮ ਕਰਨਾ। ਆਬਦ ਭਾਈ ਤੁਸੀਂ ਮੈਨੂੰ ਇਹ ਗੱਲ ਦੱਸੋ, ਕਦੇ ਮਰਜ਼ਾਈ ਮੈਨੂੰ ਗਾਲ ਕੱਢਣੇ, ਉਸ ਨੂੰ ਜਵਾਬ ਹੈ ਗਾਲ ਕੱਢਾਂ ਜਾਂ ਨਾ? ਮੈਂ ਇਸ ਚੀਜ਼ ਦੀ ਤੁਹਾਨੂੰ ਗਰੰਟੀ ਸੋਚ ਦੇ ਰਿਹਾ ਸਮਝ ਕੇ ਦੱਸਣਾ, ਸੋਚ ਸਮਝ ਕੇ ਗੱਲ ਕਰਨਾ। ਅਗਰ ਤੁਸੀਂ ਉਹਨਾਂ ਦੇ ਬਰੋਡ ਤੇ ਜਾਣੇਗਾ, ਤੁਸੀਂ ਗਾਲ ਨਹੀਂ ਕੱਢਦੇ, ਉਹ ਗਾਲ ਵਿੱਚ ਪਹਿਲ ਨਹੀਂ ਕਰੇਗਾ ਕੋਈ ਮਰਜ਼ਈ ਵੀ। ਉਹ ਭਾਈ ਮੇਰਾ experience ਤੁਸੀਂ ਹੈ। ਕਿਉਂ, ਕੋਈ ਤੁਸੀਂ ਉਹਨਾਂ ਦੀ ਮਾਂ ਹੋ, ਕੋਈ ਤੁਸੀਂ ਉਹਨਾਂ ਦੀ ਦਾਈ ਹੋ, ਤੁਹਾਨੂੰ ਪਤਾ ਹੈ। ਮੈਂ ਉਹਨਾਂ ਦੇ ਬਰੋਡ ਤੇ ਜਾਣਾ ਰਹਿਣਾ, ਸਵਾਲ ਪੁੱਛਦਾ ਰਹਿਣਾ, ਸਾਡੇ ਓਏ ਬੰਦੇ ਉਹ ਥੱਲੇ ਵੇਖ ਕੇ ਉਹ ਗੱਲ ਭਾਈ। ਕੱਢਣ ਲੱਗੇ ਹੁੰਦੇ ਨੇ। ਜਾਂ ਨਾਸਰ ਬੈਟ ਦੀ ਬਰਾੜ ਤੇ ਹੋਣੀ ਥੱਲੇ, ਵੇਖੀ ਤੈਨੂੰ ਕੀ ਉੱਤੋਂ ਲੱਭਦਾ। ਤੁਸੀਂ ਲੰਘੋ ਮੇਰੇ ਨਾਲ। ਅੱਛਾ ਇਹ ਜੋ ਜੀ ਆਮਰ ਭਾਈ ਤੁਸੀਂ ਆਮਰ ਭਾਈ ਮੇਰੇ ਨਾਲ ਲੰਘੋ, ਮੈਂ ਜਾਣਾ, ਮੈਂ ਥੱਲੇ ਜਾ ਕੇ ਜਾਸਾਂ, ਮੇਰੀ ਮਾਂ ਭੈਣ ਇੱਕ ਕਰਨ ਲੱਗ ਪਿਆ ਸੀ। ਜੀ ਜੀ ਅੱਛਾ ਤੇ ਦੂਸਰਾ ਨਾਸਰ ਬੈਟ ਦੀ ਸਵਾਲ ਬਰਾੜ ਇਹ ਤੇ ਅੱਲਾ ਸਿਰਫ ਨਾ ਨਾਸਰ ਭਾਈ, ਹਾਂ ਇੱਕ ਮਿੰਟ ਆਮਰ ਭਾਈ, ਬੜੇ ਮਜ਼ੇ ਦੀ ਗੱਲ ਨੇ। ਆਬਦ ਭਾਈ ਕਦੇ ਮਿਰਜ਼ਾਈ ਮੈਨੂੰ ਗਾਲ ਕੱਢਦਾ ਹੈ, ਮੈਂ ਉਹਨੂੰ ਜਵਾਬ ਵਿੱਚ ਗਾਲ ਕੱਢ ਸਕਣਾ ਜਾਂ ਨਹੀਂ? ਦੇਖੋ ਸ਼ਕਲ ਦੇਖੋ ਜ਼ਰਾ, ਇਹਦਾ ਨੇ ਜਵਾਬ ਨਹੀਂ ਦੇਣਾ ਨਾ, ਫਿਰ ਐਵੇਂ ਉਹ ਦੇਗਾ, ਉਹ ਨਾ ਦੇਵੇ ਮੈਂ ਤੁਹਾਨੂੰ ਜੁਰਮਾਨਾ ਦੇਵਾਂਗਾ 300 ਯੂਰੋ। ਜਾਓ ਚਲੋ ਜੀ ਆਬਦ ਭਾਈ, ਦੇ ਵਿੱਚ ਕਦੇ ਕੋਈ ਤੁਸੀਂ ਨਾ ਕਰੋ, ਉਹ ਜਵਾਬ ਦੇਗਾ, ਐਨ ਪਤਾ ਸਾਰੀ ਗੱਲ ਦਾ। ਆਬਦ ਭਾਈ ਕਦੇ ਮੈਨੂੰ ਮਰਜ਼ਾਈ ਗਾਲ ਕਰੇ, ਗਾਲ ਕੱਢੇ, ਪਹਿਲੇ मैं ਉਹਨੂੰ ਜਵਾਬ ਦੇ ਸਕਣਾ, ਗਾਲ ਕੱਢ ਸਕਣਾ? देखो मैंने थोड़ा बोलना मौका दो, सब दा रहता मैं समेट देना। ਇਹਨਾਂ ਨੂੰ ਮੌਕਾ ਦਿਓ, ਨਾ ਰੈੱਡ ਕਾਰਡ ਵਾਲੇ ਜ਼ਿਆਦਾ ਜ਼ਰੂਰੀ ਨੇ। ਇੱਕ ਮਿੰਟ ਆਬਦ ਭਾਈ ਨਾ सब दा ਬੋਲਿਆ, ਮੈਂ रहता ਜੁਰਮਾਨਾ समेट ਦੇ देना ਸਕਦਾ। मैं। ਆਬਦ ਭਾਈ, ਜ਼ਸ਼ਾਨ ਭਾਈ ਇੱਕ ਮਿੰਟ, ਆਬਦ ਭਾਈ ਨਾ ਬੋਲਿਆ, ਮੈਂ ਜੁਰਮਾਨਾ ਦਿਆਂਗਾ ਸਾਰਿਆਂ ਨੂੰ। ਆਬਦ ਭਾਈ ਕਦੇ ਮਿਰਜ਼ਾਈ ਮੈਨੂੰ ਗਾਲ ਬੇਪਹਿਲ ਕਰਦਾ ਹੈ, ਮੈਨੂੰ ਗਾਲ ਕੱਢਦਾ, ਮੈਂ ਜਵਾਬ ਵਿੱਚ ਉਹਨੂੰ ਗਾਲ ਦੇ ਸਕਣਾ? ਨਹੀਂ ਦੇਖੋ, ਇਹ ਤੇ ਪਹਿਲੇ ਜਿਹੜੀ ਵਜ੍ਹਾ ਦੇਖਣੀ ਪਏਗੀ, ਤੁਹਾਡਾ ਕੋਈ ਇਸ ਤੋਂ ਪਹਿਲੇ ਕੋਈ ਅਨਬਨ ਹੋਈ ਹੈ ਤੇ ਤਦ ਹੀ ਤੁਹਾਨੂੰ ਗਾਲ ਦੇਗਾ ਨਾ। ਹਾਂ ਦੇਖੋ ਦੇਗਾ। ਜ਼ਰਾ। ਅੱਛਾ ਯਾਨੀ ਕਿ ਮਤਲਬ ਮੈਂ ਹੁਣ ਜਾਣਾ, ਤੁਹਾਡੇ ਦਰਮਿਆਨ ਕੋਈ ਤਲਖ ਕਲਾਮੀ ਹੋਈ ਹੈ, ਗੱਲ ਮਗਲੋਚ ਯਾਨੀ ਹੋਈ ਕਿ ਹੈ, ਜਿਸ ਨਾਲ ਤੁਹਾਡੀ ਅਣਬਣ ਹੋਵੇ ਤੁਸੀਂ ਉਸ ਨੂੰ ਗਾਲ ਦੇ ਸਕਦੇ ਹੋ? ਨਹੀਂ ਪਹਿਲੇ ਗੱਲ ਮਗਲੋਚ ਹੋਈ ਹੈ, ਹੁਣ ਮੈਨੂੰ ਤੇ ਨਹੀਂ ਪਤਾ ਤੁਸੀਂ ਦਿੱਤੀ ਹੈ ਜਾਂ ਨਹੀਂ। ਹਾਂ ਅੱਛਾ। ਅਗਰ ਤੁਸੀਂ ਕਿਸੇ ਐਸੇ ਮਰਜ਼ਈ ਦੀ ਬਰੋਡ ਤੇ ਜਾਣੇ ਹੋ ਜਿਹੜਾ ਤੁਹਾਨੂੰ ਨਹੀਂ ਜਾਣਦਾ, ਠੀਕ ਹੈ, ਤੁਹਾਨੂੰ ਉਹਨੂੰ ਪਤਾ ਹੀ ਨਹੀਂ ਕਿ ਸ਼ਾਰਪ ਸ਼ੂਟਰ ਕੌਣ ਹੈ, ਇਹਦਾ ਮਸਲਕ ਕੌਣ ਹੈ,
ਉਹ ਤੁਹਾਨੂੰ यानी कि ਦੇਣਾ। गाल कढ़न ले, यानी कि गाल कढ़न ले ये जरूरी है कि पता हो कि अगले का मसला कौन है। ਨਹੀਂ ਮਸਲਕ ਨਹੀਂ, ਮੈਂ ਕਹਿ ਰਿਹਾ ਅਗਰ ਉਹ ਤੁਹਾਨੂੰ ਗਾਲ ਦੇ ਰਿਹਾ ਕੋਈ ਮਿਰਜ਼ਈ ਤੇ ਉਹਦੇ ਹਾਂ। ਪਿੱਛੇ ਕੋਈ ਵਜ੍ਹਾ ਹੋਣੀ ਹੈ, ਤੁਹਾਡੀ ਗੱਲ ਮਗਲੋਚ ਹੋਈ ਹੋਣੀ ਹੈ, ਤੁਹਾਨੂੰ ਉਹ ਜਾਣਦੇ ਨੇ। मैं नासिर भट्ट नूं क्या होना है? देखो इधर आप साहब सोच समझ के जवाब दो, तो सानू पता मैं क्यों कह रहा इस गल नूं तुसीं अच्छी तरह समझ दिओ। सोच ਜੱਜ समझ ਸਾਹਿਬ के ਚਲੇ जवाब ਗਏ, ਉਹਨਾਂ ਕੋਲ ਸਵਾਲ ਪੁੱਛਣਾ ਸੀ ਜੱਜ ਸਾਹਿਬ ਮੈਂ ਤੋਂ। ਤਾਂ- ਸਵਾਲ ਪੁੱਛਣ ਦੇ ਯਾਰ ਸ਼ਾਰਪ ਸ਼ੂਟਰ ਛੱਡ, ਠੀਕ ਹੋ ਗਿਆ, ਆ ਗਿਆ ਜਵਾਬ ਉਹਦਾ। ਮੈਂ ਮੰਨ ਲਿਆ ਕਿ ਦੂਸਰਾ ਪੈਸੇ ਸਵਾਲ ਜਿਹੜਾ ਇਹ ਬਚ ਕਿ ਗਿਆ। ਅਗਰ ਕੋਈ ਮਿਰਜ਼ਈ ਉਹ ਆ ਕੇ ਦੜਾਤੇ ਹੀ ਉਹਨੂੰ, ਮਰਜ਼ਾਈ ਨੂੰ ਵੀ ਦੜਾਤੇ ਯਾਰ। ਉਹਦੇ ਕੋਈ ਸਵਾਲ ਪੁੱਛਣਾ ਸੀ ਉਹਨੇ, ਟਰੂ ਮੁਸਲਮ ਨੇ। ਸ਼ਾਰਪ ਸ਼ੂਟਰ ਨੇ ਦੜਾਇਆ ਹੈ। ਸ਼ਾਰਪ ਸ਼ੂਟਰ ਨੇ ਸਾਡੀ ਦਿਹਾੜੀ ਭੰਨ ਛੜੀ। ਉਹ ਮੈਂ ਜਵਾਨ ਸਾਹਿਬ ਉੱਤੇ ਤਸ਼ਰੀਫ ਸ਼ਾਰਪ ਸ਼ੂਟਰ ਸਾਹਿਬ, ਹੁਣ ਸ਼ਾਰਪ ਸ਼ੂਟਰ ਸਾਹਿਬ ਹੁਣ ਤੁਸੀਂ ਉਹ ਬੰਦੇ ਭਜਾ ਦਿੱਤੇ ਨੇ ਅਮਰਜੀਤ ਸਾਹਿਬ ਦੀ ਬਰੋਡ ਓਏ ਆ ਜਾਂਦੇ ਨੇ ਬੰਦੇ, ਮੇਰੇ ਕੋਲ ਆ ਜਾਂਦੇ ਨੇ ਬੰਦੇ। ਇਹਨਾਂ ਨੇ ਮਨਾਜ਼ਰਾ ਕਰਨਾ ਸੀ, ਇਹਨਾਂ ਨੂੰ 2-4 ਨਹੀਂ ਮਨਾਜ਼ਰਾ ਸੀ, ਕਿਸੇ ਨੂੰ ਕੋਈ ਗਾਲ ਨਹੀਂ ਕਰਦੇ ਪਏ, ਗੱਲ ਮਾਰੋ ਫੁੱਲ ਇੱਥੇ, ਉਹਨਾਂ ਨੂੰ ਫੁੱਲ ਮਾਰੋ ਜਿਹੜੇ ਉਹ ਕੋਈ ਫੁੱਲ ਦੀ ਕੋਈ ਨਹੀਂ ਲੋੜ, ਫੁੱਲ ਦੀ ਕੋਈ ਨਹੀਂ ਲੋੜ। ਤੂੰ ਇੱਕ ਮਿੰਟ ਬੰਦਾ ਥੱਲੇ ਬੁਲਾ, ਥੱਲੇ ਜਾਂਦੇ ਆ ਕੇ ਸੁਣਨ ਲੱਗੇ ਨੇ ਤੇ ਉਹਨਾਂ ਨੂੰ ਆਵਾਜ਼ ਮਾਰੋ, ਉਹਨਾਂ ਨੂੰ ਆਖਿਆ ਜਵਾਬ ਦੇ ਦਿਓ ਯਾਰ ਆ ਕੇ ਸਵਾਲ ਦਾ। अच्छा जी, एक मोहन साहब। जरूरी आम ऐलान सुने, अगर नीचे कोई आमन नज़ीर साहब के अहमदी इखवान हैं तो वो ऊपर तशरीफ ले आए, उनसे एक सवाल पूछना है। ਐਸਾ ਕਿ चलो इखवान नहीं अखी कह लेते, अख कह लेते, अख। ਅਮਰ ਭਾਈ ਉਹ ਕਹਿੰਦਾ ਮੈਂ ਨੀਚੇ ਇੰਜੋਏ ਕਰਨਾ, ਉਹਨੂੰ ਸਵਾਲ ਕਰਦੇ ਆਪਣਾ ਟਰੂ ਮੁਸਲਮ ਹੈ, ਉਹ ਕਹਿੰਦੇ ਮੈਂ ਨੀਚੇ ਇੰਜੋਏ ਕਰਨਾ ਚਾਹਨਾ। कौन है? ਮੂਨ ਮਰਜ਼ਾਈ ਹੈ ਤੇ ਉਹ ਕਹਿੰਦਾ ਮੈਂ अच्छा, ਥੱਲੇ ਇੰਜੋਏ ਕਰਨਾ। मोहन साहब, आपसे इल्तिजा की जाती है कि आप ऊपर तशरीफ ले आए, एक सवाल पूछना है आपसे। बड़े ताल अदब से कदीर साहब आ कोई जाएंगे, गाली अच्छे नहीं देगा। अगर ताल कोई कादर गाली साहब देगा तो उसको म्यूट किया जाएगा। ਨਹੀਂ ਨਹੀਂ ਗਾਲ ਜਿਹਨੇ ਕੱਢਣੀ ਹੈ ਮੈਂ ਉਹਨਾਂ ਨੂੰ ਮੋਡਰੇਟਰ ਬਣਾ ਦੇਣਾ। ਕਾਦੀਆਨੀ ਜਿਹਨੇ ਗਾਲ ਕੱਢੀ ਨਾ ਆਪਣੀ ਜ਼ਿੰਮੇਵਾਰੀ ਤੇ ਕੱਢਣੀ ਹੈ, ਉਹਨੇ ਤੁਹਾਨੂੰ ਥੱਲੇ ਲਾਤਾ, ਚੀਕਾ ਨਹੀਂ ਮਾਰਨਾ। ਆ ਤੁਹਾਡੀ ਉਹ ਰਾਣਾ ਰਾਸ਼ਦ ਇੱਥੇ ਮੋਡਰੇਟਰ ਹੈ। ਮੋਹਨ ਸਾਹਿਬ ਆ ਕੇ ਉੱਤੇ ਆਓ, ਥੋੜੀ ਰੋਸ਼ਨੀ ਫੈਲਾਓ। ਅਮਰ ਭਾਈ ਮੈਨੂੰ ਨਾ ਨੂੰ ਵੇਖ ਕੇ ਨਾ ਫਰਮਾਨ ਯਾਦ ਆ ਗਿਆ ਮੌਲਾਨਾ ਲੀਲਾ ਇਸਲਾਮ ਦਾ ਕਿ ਨਾ ਆਖਿਆ ਕਿ ਮੁਨਾਫਿਕ ਹੋਣ ਵਾਲਾ ਬਿਹਤਰ ਕਾਫਰ ਹੋ ਕੇ ਮਰ। ਠੀਕ ਹੈ, ਜਨਮ ਵਿੱਚ ਕਾਫਰ ਦਾ ਦਰਜਾ ਮੁਨਾਫਿਕ ਨਾਲ ਉੱਤੇ ਹੋਏਗਾ। ਅੱਛਾ ਵੀ ਉੱਤੇ ਆਓ ਯਾਰ, ਤਸ਼ਰੀਫ ਲਿਆਓ। ਕੀ ਨਾਂ ਤੁਹਾਡਾ? ਤਾਲ ਕਾਦਰ ਸਾਹਿਬ, ਮੂਨ ਸਾਹਿਬ। ਉਹਨੇ ਕੋਈ ਸਵਾਲ ਪੁੱਛਣਾ ਹੈ ਤੇ ਬੰਦਾ ਜਿਹੜਾ ਹੈ, ਵੇਖੋ ਤੁਹਾਡੀ ਫੇਵਰ ਚ ਸਭ ਤੋਂ ਜ਼ਿਆਦਾ ਉਹ ਬੰਦਾ ਆਵਾਜ਼ ਉਠਾਉਂਦਾ ਹੈ ਤੇ ਉਹ ਤੁਹਾਨੂੰ ਆਵਾਜ਼ਾਂ ਮਾਰਨ ਲੱਗੇ, ਤੁਸੀਂ ਉਹਦੀ ਗੱਲ ਨਹੀਂ ਸੁਣਨ ਲੱਗੇ ਹੈ। ਮੈਂ ਤੈਨੂੰ ਨਾ ਮੋਡਰੇਟਰ ਬਣਾ ਦੇਵਾਂ ਟਰੂ ਮੁਸਲਮ, ਤੂੰ ਆਪ ਹੀ ਬੁਲਾ ਕੇ ਇਨਵਾਈਟ ਕਰਕੇ ਪੁੱਛ ਲੈ ਯਾਰ। ਨਹੀਂ ਮੈਨੂੰ ਮੋਡਰੇਟਰ ਨਾ ਬਣਾਓ, ਮੈਂ ਕਿਸੇ ਹੋਰ ਨੂੰ ਕਿਸੇ ਨੇ ਮਿਊਟ ਕਰ ਦਿੱਤਾ, ਉਤਾਰ ਦਿੱਤਾ, ਉਹ ਮੇਰੇ ਤੇ ਸ਼ੱਕ ਕਰੇਗਾ। ਉਹ ਮੈਨੂੰ ਨਜ਼ਰ ਆ ਜਾਂਦਾ, ਮੈਸੇਜ ਮੈਨੂੰ ਨਜ਼ਰ ਆ ਜਾਂਦਾ ਜਦੋਂ ਕੋਈ ਮਿਊਟ ਕਰਦਾ ਹੈ, ਕਿਸੇ ਨੂੰ ਇਨਵਾਈਟ ਕਰਦਾ ਹੈ। ਐ ਹੁਣ ਸਾਹਿਬ ਬਹਾਦਰ ਨੇ ਇਨਵਾਈਟ ਕੀਤਾ, ਪਤਾ ਲੱਗ ਗਿਆ ਨਾ, ਪਤਾ ਲੱਗ ਜਾਂਦਾ ਕੋਈ ਬੰਦਾ ਥੱਲੇ ਇਨਵਾਈਟ ਪਿਆ ਕਰਦਾ। ਮੈਂ ਜਿਹੜਾ ਹੋਸਟ ਹੁੰਦਾ ਉਹਨੂੰ ਸਾਰੇ ਮੈਸੇਜ ਆਉਂਦੇ ਪੈਂਦੇ। आमिर भाई मैंने मॉडरेटर बनाया। ਅੱਛਾ ਬੱਟ ਸਾਹਿਬ ਆਏ ਨੇ, ਅਜ਼ੀਮ ਬੱਟ ਸਾਹਿਬ ਥੱਲੇ ਆਏ ਨੇ, ਉਹਨਾਂ ਨੂੰ ਬੁਲਾ ਲੈ ਥੱਲੇ ਯਾਰ। ਟਰੂ ਮੁਸਲਮ ਨੂੰ ਗੱਲ ਕਰਨ ਦੋ ਕਿਸੇ ਨਾਲ। ਅੱਛਾ ਅਜ਼ੀਮ ਭੱਟ ਸਾਹਿਬ ਤੁਸੀਂ ਉੱਤੇ ਆ ਜਾਓ। ਅਗਰ ਅਜ਼ੀਮ ਭੱਟ ਨਹੀਂ ਆ ਰਹੇ ਤੇ ਕੋਈ ਹੋਰ ਅਹਿਮਦੀ ਹੈ, ਅਗਰ ਜਮਾਤ ਅਹਿਮਦੀ ਨਾਲ ਤਾਲੁਕ ਰੱਖਣ ਵਾਲਾ, ਸਮਝ ਬੂਝ ਰੱਖਣ ਵਾਲਾ, ਥੋੜੀ ਬਹੁਤ ਗੱਲਬਾਤ ਕਰਨ ਵਾਲਾ, ਉਹ ਉੱਤੇ ਤਸ਼ਰੀਫ ਲੈ ਆਓ। ਇੱਕ ਸਵਾਲ ਪੁੱਛਣਾ। ਤੁਸੀਂ ਸਵਾਲ ਕੀ ਪੁੱਛਣਾ ਹੈ? ਤੁਸੀਂ ਸਵਾਲ ਉਹਨਾਂ ਨੂੰ ਦੱਸ ਦਿਓ, ਸ਼ਾਇਦ ਸੁਣ ਕੇ ਤੇ ਹਿੰਮਤ ਕਰਕੇ ਆ ਜਾਓ। ਸਵਾਲ ਔਖਾ ਤਾਂ ਨਹੀਂ? ਨਹੀਂ ਔਖਾ ਤਾਂ ਨਹੀਂ, ਲੇਕਿਨ ਇਹਦੇ ਵਿੱਚ ਦੋ ਮਤਲਬ ਚੀਜ਼ਾਂ ਨਜ਼ਰ ਆ ਰਹੀਆਂ ਨੇ। ਉਹ ਬੰਦਾ ਕਿਹੜੀ ਚੀਜ਼ ਨੂੰ ਸਹੀ ਸਮਝੇ। ਮਤਲਬ ਜਿਸ ਤਰ੍ਹਾਂ ਦੋ ਚੀਜ਼ਾਂ ਹੁੰਦੀਆਂ ਨੇ ਨਾ, ਅੱਗ ਤੇ ਪਾਣੀ ਇੱਕ ਜਗ੍ਹਾ ਨਹੀਂ ਰਹਿ ਸਕਦੀਆਂ। ਇਹ ਦੋ ਗੱਲਾਂ ਨੇ। ਇਹ ਉਹਨਾਂ ਮਿਰਜ਼ਾ ਸਾਹਿਬ ਨੂੰ ਅਗਰ ਮੰਨਿਆ ਜਾਏ ਜਿਸ ਤਰ੍ਹਾਂ ਉਹਨਾਂ ਨੇ ਦਾਅਵੇ ਨੇ, ਇਹ ਦੋ ਗੱਲਾਂ ਦੇ ਉੱਤੇ ਫਿਰ ਬੰਦਾ ਮਤਲਬ ਹੈ ਕਿ ਉਲਝਣ ਦਾ ਸ਼ਿਕਾਰ ਹੋ ਜਾਣਾ, ਕਿਹੜੀ ਗੱਲ ਨੂੰ ਮੰਨੀਏ। ਹਾਂ ਕਿਹੜੀ ਕਿਹੜੀ ਗੱਲ ਹੈ ਦੱਸੋ ਨਾ। ਅਗਰ ਦੋਵੇਂ ਗੱਲਾਂ ਗੱਠੀਆਂ ਮੰਨੀਆਂ ਜਾਣ, ਦੋਵਾਂ ਤੇ ਕਿਹਾ ਜਾਏ ਸੱਚੀਆਂ ਨੇ, ਤਾਂ ਇਹ ਵੀ ਨਾਮੁਮਕਿਨ ਹੈ ਕਿਉਂਕਿ ਅੱਗ ਤੇ ਪਾਣੀ ਵਾਲੀ ਗੱਲ ਹੋ ਗਈ। ਅਗਰ ਇਖਤਲਾਫ ਕੀਤਾ ਜਾਏ ਤਾਂ ਫਿਰ ਮਿਰਜ਼ਾ ਸਾਹਿਬ ਦੇ ਇਤਨੇ ਬੜੇ ਉਹ ਹਸਤੀ ਨੇ, इतने बड़े वो देख रहे हो ना बोलो, इतने बड़े देखो कितनी बड़ी हस्ती ਤੁਹਾਡੇ ਮਿਰਜ਼ਾ ਸਾਹਿਬ ਨੂੰ ਕਹਿ ਰਹੇ ਟਰੂ ਮੁਸਲਮ ਹੈ ਤੇ ਉੱਤੇ ਆ ਕੇ ਤੇ ਮਦਦ ਕਰੋ ਟਰੂ ਮੁਸਲਮ ਦੀ। ਤੇ ਫੇਰ ਤੇ ਬੰਦੇ ਦਾ ਈਮਾਨ ਵੀ ਡਵਾ ਡੋਲ ਹੋ ਜਾਣਾ ਨਾ। ਜਿਹੜੇ ਮਿਰਜ਼ਾ ਸਾਹਿਬ ਮੈਂ ਤੁਹਾਨੂੰ ਮੋਡਰੇਟਰ ਬਣਾ ਦੇਣਾ ਟਰੂ ਮੁਸਲਮ। ਉਸ ਜੇ ਟਾਕ ਮਾਸਟਰ ਸਾਹਿਬ ਆਏ ਨੇ, ਉਹਨਾਂ ਨੇ ਆ ਕੇ ਦੇਣਾ ਤੇਰੀ ਗੱਲ ਦਾ ਜਵਾਬ। ਇਹ ਟਾਕ ਮਾਸਟਰ ਸਾਹਿਬ ਉੱਤੇ ਤਸ਼ਰੀਫ ਲੈ ਆਓ, ਉੱਤੇ ਚੜੋ ਜ਼ਰਾ ਪੌੜੀ, ਇੱਕ ਪੈਰ ਰੱਖੋ ਤੇ ਸਿੱਧੇ ਉੱਤੇ ਆ ਜਾਓ। ਐਡ ਮੋਡਰੇਟਰ लो भाई, ट्रू मुस्लिम बन गया जे मॉडरेटर ते ध्यान नाल है भाई। हुण साडे ते ना रहना, जागते रहना। मेरे भाई हमको भी बना दे मॉडरेटर। अच्छा बना देना। अच्छा भाई टाक मास्टर बुला ला, जिन्होंने बुलाना है आपको इनवाइट कर लो। टाक मास्टर थले नजर नहीं आ रहे। मैं देखिया है उन्होंने एंटर होंदे एक बार। यार मैं ड्राइव कर रहा ना, मेरी गड्डी ना बर्बाद हो।
ਤਾਲ ਕਾਦਰ ਸਾਹਿਬ ਥੱਲੇ ਬੈਠੇ ਨੇ, ਹਫੀਜ਼ ਸ਼ੇਖ ਸਾਹਿਬ ਉਹਨਾਂ ਨੂੰ ਇਨਵਾਈਟ ਭੇਜੀ ਹੈ ਦੋਵਾਂ ਨੂੰ। ਮੋਹਨ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਮੇਰੀਆਂ ਲੱਤਾਂ ਨਹੀਂ ਭਾਰ ਚੁੱਕਦੀਆਂ, ਮੈਂ ਥੱਲੇ ਇੰਜੋਏ ਕਰਨਾ ਚਾਹੁੰਦਾ। ਬੁਲਾ ਇਹਨਾਂ ਨੂੰ ਥੱਲਿਓ ਭਈ, ਇਹ ਸਵਾਲ ਦਾ ਜਵਾਬ ਮੈਂ ਲੈਣਾ ਚਾਹੁੰਦਾ। ਤੁਹਾਡੀ ਅਜ਼ੀਮ ਹਸਤੀ ਅਫੀਲ ਮੁਬਾਰਕ ਅਹਿਮਦ ਜਿਹੜੇ ਨੇ ਇਹ ਵੀ ਐਮਡੀ ਨੇ। ਹਫੀਜ਼ ਸ਼ੇਖ ਸਾਹਿਬ ਦਾ ਲਾਹੌਰੀ ਗਰੋਹ ਨਾਲ ਤਲਕ ਹੈ, ਉਹ ਵੀ ਅਹਿਮਦੀ ਤੇ ਹਨ ਨਹੀਂ। ਨਹੀਂ ਕਾਫਿਲ ਕਰਵਾਉਣਾ ਹੈ ਹਾਫਿਜ਼ ਮੁਬਾਰਕ ਅਹਿਮਦ। ਮੁਬਾਰਕ ਨਾਮ ਅਮਨ ਮਰਜ਼ਈਆਂ ਦੇ ਹੁੰਦੇ ਨੇ, ਪਤਾ ਨਹੀਂ ਕਿਹੜੇ ਹਾਫਿਜ਼ ਮੁਬਾਰਕ ਦੀ ਗੱਲ ਕਰੋ। ਜਿਹੜਾ ਵੀ ਇਨਵਾਈਟ ਕਰਨਾ ਕਰੋ ਤੇ ਅਨਾਉਂਸਮੈਂਟ ਕਰੋ ਆਪਣੀ ਤਰਫੋਂ ਬਈ ਇਹ ਸਵਾਲ ਮੇਰੇ ਅੱਗੇ ਮਸਲਾ ਖੜਾ ਹੋ ਗਿਆ। ਅੱਗ ਤੇ ਪਾਣੀ ਦੋ ਚੀਜ਼ਾਂ ਨੇ। ਅੱਛਾ, ਇਹਨਾਂ ਨੂੰ ਮੈਂ ਇਕੱਠੇ ਸਾਹਿਬ ਥੱਲੇ ਨੇ, ਇਹਨਾਂ ਦੀ ਆਈਡੀ ਤੇ ਜਾਈਏ ਤੇ ਅੱਗੇ ਇਨਵਾਈਟ ਕਿਸ ਤਰ੍ਹਾਂ ਕਰਨਾ ਇਹਨਾਂ ਨੂੰ? ਜਦੋਂ ਉਹਨਾਂ ਤੇ ਕਲਿੱਕ ਕਰੋਗੇ ਤੇ ਇਨਵਾਈਟ ਦਾ ਉਹ ਗੈਸਟ ਤੇ ਕਲਿੱਕ ਕਰੋਗੇ ਤੇ ਆ ਜਾਏਗਾ ਗੈਸਟ ਉਹਨਾਂ ਦੇ। ਜੇ ਤੁਸੀਂ ਲਿਸਟ ਉੱਤੇ ਵੇਖਦੇ ਹੋ ਤੇ ਸਾਹਮਣੇ ਰੈੱਡ ਨਿਸ਼ਾਨ ਲੱਗਿਆ ਹੁੰਦਾ ਇਨਵਾਈਟ ਵਾਲਾ, ਤੇ ਜੇ ਵੈਸੇ ਉਹਦੇ ਨਾਂ ਤੇ ਕਲਿੱਕ ਬੰਦੇ ਤੇ ਕਰਦੇ ਹੋ ਤੇ ਗੈਸਟ ਤੇ ਉੱਤੇ ਕਲਿੱਕ ਕਰੋ ਤੇ ਟਾਗ ਮਾਸਟਰ ਸਾਹਿਬ ਕਾਲ ਪਾ ਲਓ, ਤੁਹਾਨੂੰ ਬੁਲਾਉਣ ਲੱਗਿਆ ਉੱਤੇ। ਆਬਦ ਸਾਹਿਬ ਕੀ ਐਵੇਂ ਜ਼ਨਾਨੀਆਂ ਤੁਸੀਂ ਵੀ ਥੱਲੇ ਉੱਤੇ ਵੰਜੋ ਨਾ, ਕਿਉਂ ਨਹੀਂ ਵੰਜਦੇ? ਉੱਤੇ ਆ ਜਾਓ, ਉੱਤੇ ਵੰਜੋ। अस्सलाम वालेकुम। ਵਾਲੇਕੁਮ ਸਲਾਮ ਵਰਹਿਮਤੁਲਾਹ। ਉੱਤੇ ਵੰਜੋ ਟਾਗ ਮਾਸਟਰ ਸਾਹਿਬ। आमर भाई कल रात ਨੂੰ ਇੱਕ ਫਤਿਹ ਇਸਲਾਮ ਦੀ ਬਰੋਡ ਲੱਗੀ ਹੈ, ਇਸ ਤਰ੍ਹਾਂ ਸ਼ਾਇਦ ਗੱਲ ਹੋ ਗਈ ਹੋਵੇ ਪਰ ਮੇਰੇ ਇਲਮ ਵਿੱਚ ਨਹੀਂ। ਤਾਂ ਉੱਥੇ ਉਹਨਾਂ ਮਿਰਜ਼ਾ ਸਾਹਿਬ ਨੂੰ ਨਬੀ ਕਰਾਰ ਦੇ ਦਿੱਤਾ ਰਾਜਾ ਤਾਲ। ਇਹ ਉਹਨਾਂ ਦੇ ਘਰ ਬੜਾ ਮਸਲਾ ਹੈ, ਦੇ ਦਿੱਤਾ ਹੈ ਤੇ ਘਰ ਉਹਨਾਂ ਦੇ ਬੜਾ ਮਸਲਾ ਹੈ। ਜੇ ਦੇ ਦਿੱਤਾ ਤੇ ਵੱਡ ਵੇਲੇ 1122 ਜਿਹੜਾ ਨਾ ਉਹ ਕਹਿੰਦਾ ਸੀ ਮੈਂ ਵੀ ਉਹਨਾਂ ਦੇ ਨਾਲ ਆ, ਕੀ ਨਾ ਤਾਹਿਰ ਅਮਜਦ ਸਾਹਿਬ ਨਾਲ। ਜੋ ਜਵਾਬ ਸਾਡੇ ਖਲੀਫਾ ਨੇ ਅਸੈਂਬਲੀ ਦਿੱਤਾ ਸੀ ਉਹ ਹੀ ਸਾਨੂੰ ਜਵਾਬ ਦੇਣਾ ਚਾਹੀਦਾ ਹੈ। ਨਹੀਂ ਮੈਂ ਫਿਰ ਅਗਲੀ ਗੱਲ ਇਹ ਕਰਨ ਲੱਗਾ ਸੀ ਕਿ ਫਿਰ ਉਹ ਸਨੀ ਸਾਹਿਬ ਦੀ ਬਰੋਡ ਤੇ ਗਏ ਨੇ ਤੇ ਉਹ ਸਨੀ ਸਾਹਿਬ ਫਿਰ ਰਿਜੈਕਟ ਕਰ ਦਿੱਤਾ ਮਿਰਜ਼ਾ ਸਾਹਿਬ ਦੀ ਨਬੂਵਤ ਨੂੰ। ਤੇ ਕੌਣ ਗਿਆ ਸੀ ਸਨੀ ਸਾਹਿਬ ਦੀ ਬਰੋਡ ਤੇ ਰਾਤੀ? ਕਾਫੀ ਸਾਰੇ ਇਕੱਠੇ ਹੋਏ ਸੀ ਮਿਰਜ਼ਾਈ ਵੀ, ਤੇ ਮੈਂ ਤਾਂ ਸੁਣਦਾ ਸੋ ਗਿਆ, ਫਿਰ ਮੈਂ ਪੂਰੀ ਨਹੀਂ ਗੱਲ ਸੁਣੀ। ਤੇ ਉਹ ਤਾਹਿਰ ਅਮਜਦ ਵੀ ਕਾਫੀ ਉੱਥੇ ਦਿਲਾਂ ਦੇ ਰਿਹਾ ਸੀ ਕਿ ਦੇਖੋ ਗੈਰ ਹਕੀਕੀ ਦੀ ਕੀ ਹਕੀਕਤ ਹੈ ਤੇ ਇਸਲਾਮ ਦੀ। ਤੇ ਅਲੀਮ ਨੂੰ ਵੀ ਬੁਰਾ ਬੁਲਾ ਕੇ ਆ ਗਿਆ ਉੱਥੇ। ਅਲੀਮ ਦੀ ਤਾਂ ਡਾਇਰੈਕਟ ਕਨਫਰੰਟੇਸ਼ਨ ਹੋ ਗਿਆ ਰਾਜਾ ਤਾਲਮਨਾਨ ਦਾ। ਅੱਛਾ, ਉੱਥੇ ਫਤਿਹ ਇਸਲਾਮ ਦੀ ਬਰੋਡ ਤੇ ਫਿਰ ਉਹਨਾਂ ਅਲੀਮ ਨੂੰ ਇਸ ਗੱਲਾਂ ਤੇ ਕਾਇਲ ਕੀਤਾ ਕਿ ਆਇੰਦਾ ਤੋਂ ਬਾਅਦ ਅਸੀਂ ਨਬੀ ਕਹਿਣਾ, ਕਿਉਂਕਿ ਆਖਰੀ ਖਤ ਹੈ ਜਿਹੜਾ ਰਾਜਾ ਤਾਲਮਨਾਨ ਨੇ ਪੇਸ਼ ਕੀਤਾ 26 ਮਈ 908 ਵਾਲਾ। ਚਲੋ ਇਹਦੇ ਤੇ ਇੱਥੋਂ ਹੀ ਅਸੀਂ ਸ਼ੁਰੂ ਕਰ ਲਾਂਗੇ, ਇਹਨਾਂ ਨੂੰ ਗੱਲ ਕਰ ਲੈਂਦੇ ਤੇ ਅਸੀਂ ਫਿਰ ਦੋਏ ਭਰਾ ਇੱਥੇ ਗੱਲ ਸ਼ੁਰੂ ਕਰ ਲਾਂਗੇ ਤੁਹਾਡੇ ਚਲੋ ਕਿਉਂਕਿ ਮੈਂ ਸਮਝਦਾ ਉਹ ਕਾਫੀ ਸੀਰੀਅਸ ਮਸਲਾ ਤੇ ਇਸੇ ਤੇ ਗੱਲ ਕਰਨੀ ਚਾਹੀਦੀ। ਹਾਂ ਕਰਾਂਗੇ ਇਨਸ਼ਾਅੱਲਾ ਕਰਾਂਗੇ। ਕਾਲ ਕਾਦਰ ਸਾਹਿਬ ਵੈਲਕਮ ਹੈ। ਟਰੂ ਮੁਸਲਿਮ ਸਾਹਿਬ ਨਾਲ ਗੱਲ ਕਰ ਲੈਣਾ, ਇੱਕ ਗੱਲ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ। जी पूछ लो जी। ट्रू मुस्लिम साहब पूछो। ये अता क्या नाम है इनका? अताउल कादर, अताउल कदीर, अताउल कदीर। अच्छा, ये अहमदी ने? हाँ जी अहमदी। की हाल है अताउल कदीर साहब? एक सवाल पूछना है अगर माइंड ना करो तो। हाँ जी पूछे। अच्छा, मिर्जा साहब अपनी एक किताब में लिखते हैं कि ਇਸ ਤੋਂ ਪਹਿਲੇ ਵੀ ਕੁਝ ਉਮਤੀ ਹੈ ਨੇ ਜਿਨ੍ਹਾਂ ਨੂੰ ਨਬੀ ਔਰ ਰਸੂਲ ਦਾ ਖਿਤਾਬ ਦਿੱਤਾ ਗਿਆ ਹੈ, ਤੇ ਇਸ ਤੋਂ ਮੁਰਾਦ ਹੈ ਕਿ ਮਤਲਬ ਦੋ ਵੀ ਹੋ ਸਕਦੇ ਨੇ, 4-5 ਜਿਤਨੇ ਵੀ, ਲੇਕਿਨ ਜਮਾ ਦਸੀ ਹੈ। ਤੇ ਦੂਸਰੀ ਜਗ੍ਹਾ ਮਿਰਜ਼ਾ ਸਾਹਿਬ ਲਿਖਦੇ ਨੇ, ਪਿੱਛੇ ਸ਼ੋਰ ਆ ਰਿਹਾ। हाँ जी जल्दी से कर लो सवाल प्लीज, टाइम मेरे पास कम है। सवाल है कि उसे दूसरी जगह मिर्जा साहब लिखते हैं कि इनको ये शक सीरियस नियामत का नहीं दिया गया, बस इस वजह से नबी का नाम पाने के लिए मैं ही मखसूस किया गया हूँ, और दूसरे तमाम लोग इस नाम के मुस्तहिक नहीं है, क्योंकि कसरत वही और कसरत अमूर गबिया इसमें शर्त है, और वो शर्त मुझ में ही पाई जाती है। यदि समझ आइए, ਇਹਦਾ ਮਤਲਬ ਹੈ ਕਿ ਪਹਿਲੇ ਮਿਰਜ਼ਾ ਸਾਹਿਬ ਨੇ ਕਿਹਾ ਕਿ ਕੁਝ ਲੋਕ ਗੁਜ਼ਰੇ ਨੇ ਇਸ ਉਮਤ ਵਿੱਚ ਜਿਹੜੇ ਉਮਤੀ ਵੀ ਐ ਸਨ ਤੇ ਉਹਨਾਂ ਦੇ ਨਬੀ ਔਰ ਰਸੂਲ ਹੋਣ ਦਾ ਖਿਤਾਬ ਵੀ ਦਿੱਤਾ ਗਿਆ। ਤੇ ਬਾਅਦ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ मैंने पढ़ा ये रूहानी खजाइन जिल्द 22 सफ़ा 406 और 7।
ਤੇ ਇੱਥੇ ਮਿਰਜ਼ਾ ਸਾਹਿਬ ਕਹਿੰਦੇ ਨੇ ਇਹਦਾ ਸਿਰਫ ਮੈਂ ਹੀ ਮੁਸਤਹਿਕ ਹਾਂ, ਤੇ ਪਹਿਲੀ ਜਗ੍ਹਾ ਮਿਰਜ਼ਾ ਸਾਹਿਬ ਲਿਖਦੇ ਨੇ ਕਿ ਕੁਝ ਹੋਰ ਵੀ ਬੰਦੇ ਐ ਸਨ ਜਿਹੜੇ ਪਹਿਲੀ ਜਗ੍ਹਾ ਕੌਣ ਔਰ ਸੀ? ਨਬੀ ਵੀ ਖਿਲਾਏ ਗਏ ਨੇ। पहली कौन सी जगह पे लिखा है? ਪਹਿਲਾ ਦਾ ਹਵਾਲਾ ਦਿਓ ਜੀ ਅਮਰਦੀਪ ਸਾਹਿਬ। अल वसीयत रसाला सफा नंबर 12 एक मिनट रसाला अल वसीयत का 12वां मैं जवाब देना है एक मिनट साहब मैं जवाब देना हाँ जी ਤੁਸੀਂ ਸਵਾਲ ਦੁਹਰਾਇਆ ਇੱਕ ਵਾਰੀ ਫਿਰ ਪਹਿਲਾ ਸਵਾਲ ਹੈ ਕਿ ਮਿਰਜ਼ਾ ਸਾਹਿਬ ਜਿਹੜਾ ਇਹਨਾਂ ਨੇ ਹਵਾਲਾ ਮਿਰਜ਼ਾ ਸਾਹਿਬ ਲਿਖਦੇ ਨੇ ਕਿ ਇਸ ਉਮਤ ਵਿੱਚ ਕੁਝ ਉਮਤੀ ਨੇ ਜਿਨ੍ਹਾਂ ਨੂੰ ਨਬੀ ਔਰ ਰਸੂਲ ਹੋਣ ਦਾ ਵੀ ਖਿਤਾਬ ਦਿੱਤਾ ਗਿਆ। ਉਹ ਦੋ ਵੀ ਹੋ ਸਕਦੇ ਨੇ, 3-4 ਵਾਟਐਵਰ ਜਿਤਨੇ ਵੀ ਹੈ ਨੇ, ਉਸ ਬਹਿਸ ਵਿੱਚ ਨਹੀਂ ਜਾਣੇ, ਲੇਕਿਨ ਇਹ ਕਨਫਰਮ ਕੀਤਾ ਹੈ ਮਿਰਜ਼ਾ ਸਾਹਿਬ ਨੂੰ ਕਿ ਉਮਤੀ ਹੋਣ ਦੇ ਨਾਲ ਨਾਲ ਉਹਨਾਂ ਨੂੰ ਰਸੂਲ ਔਰ ਨਬੀ ਦਾ ਖਿਤਾਬ ਵੀ ਦਿੱਤਾ ਗਿਆ ਹੈ। ਉਹਨਾਂ ਨੂੰ ਖਿਤਾਬ ਮਿਲਿਆ, ਅੱਲਾਹ ਤਾਲਾ ਖਿਤਾਬ ਕੀਤਾ ਹੈ ਨਬੀਆਂ ਦਾ, ਜਿਸ ਤਰ੍ਹਾਂ ਕਿ ਸਦਰ ਮੁਮਲਕ ਖਿਤਾਬ ਕਰਦਾ ਨਾ ਕੌਮ ਮਿਲਤ ਨਾਲ, ਇਸ ਤਰ੍ਹਾਂ ਅੱਲਾਹ ਤਾਲਾ ਨੇ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਦੇ ਉਮਤੀ ਨੇ ਨਾ, ਉਲਮਾਈ ਉਮਤੀ ਕਾਮਯਾਈ ਬਨ ਇਸਰਾਈਲ, ਉਹਨਾਂ ਨੇ ਦਰਜਾ ਦਿੱਤਾ, ਉਹਨਾਂ ਅੱਲਾਹ ਦੇ ਨਜ਼ਦੀਕ ਉਹ ਬਨ ਇਸਰਾਈਲ ਦੇ ਨਬੀਆਂ ਜੈਸੇ ਨੇ। ਉਹਨਾਂ ਹਾਰ ਦਾ ਅੱਲਾਹ ਤਾਲਾ ਨਾਲ ਮੁਕਾਲਮਾ ਰੱਖਿਆ, ਰਵਈਆ ਰੱਖਿਆ ਨਾ। ਹੁਣ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਮਬੂਸ ਹੋ ਚੁੱਕੇ ਨੇ, ਆਪ ਸੱਲੱਲਾਹੁ अलैहि वसल्लम ਦੀ ਵਜ੍ਹਾ ਨਾਲ ਨਬੂਵਤ ਦਾ ਦਾਇਰਾ ਵੱਧ ਗਿਆ। ਵੇਖੋ ਜਿਸ ਤਰ੍ਹਾਂ ਨਬੀ ਕਰੀਮ ਸੱਲੱਲਾਹੁ अलैहि वसल्लम ਅੱਲਾਹ ਤਾਲਾ ਕਲਾਮ ਕੀਤਾ ਹੈ, ਉਹ ਜਿਸ ਕਸਰਤ ਨਾਲ ਕੀਤਾ ਹੈ, ਐਸਾ ਕਦੀ ਪਹਿਲੇ ਵਾਕਿਆ ਹੋਇਆ ਨਹੀਂ ਹੈ। ਇਹ ਦੋ ਹੀ ਵਜੂਦ ਨੇ, ਜਾਂ ਮਿਰਜ਼ਾ ਸਾਹਿਬ ਜਾਂ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम। ਇਹ ਇਮਤਿਆਜ਼ੀ ਸ਼ਰਫ ਮੁਕਾਲਮਾ व ਮੁਹਾਤਮਾ ਇਲਾਹ ਰੱਖਦੇ ਨੇ। ਇਸ ਵਾਸਤੇ ਨਬੂਵਤ ਦਾ ਦਾਇਰਾ ਵੱਧ ਗਿਆ। ਇਸ ਵਾਸਤੇ ਉਮਤ ਵਿੱਚ ਸਿਰਫ ਇੱਕ ਹੀ ਫਿਰ ਬੰਦਾ ਸੀ ਜਿਹਨੇ ਅੱਲਾਹ ਤਾਲਾ ਨਬੀ ਦਾ ਨਾਮ ਦਿੱਤਾ, ਕਿਉਂਕਿ ਨਬੀ ਦਾ ਹੁਣ ਦਾਇਰਾ ਵੱਧ ਗਿਆ। ਉਲਮਾ ਉਮਤੀ ਕਾਮਯਾਈ ਬਨ ਇਸਰਾਈਲ ਦਾ ਲੈਵਲ ਦੇ ਉਲਮਾ ਉਹ ਉਸ ਲੈਵਲ ਪਾ ਗਏ ਨਾ। बस ਗੱਲ सिर्फ है समझने वाली है कि हजरत मोहम्मद सल्लल्लाहु अलैहि वसल्लम की बेसत के बाद नबूवत दे मौजूदात दायरा वध चुकी है, रैंक वध गया है। पहले रैंक होर सी, उस दे मुताबिक अल्लाह ताला मुकाम मुरातब देंदा हुंदा सी। हुण वड्डा नबी आ गया, वड्डे मौजूदात ने ना। पहले मौजूदात पहले जो नबी सन उन्हां दे लेवल ते नबी उलमा उम्मती नबी करीम सल्लल्लाहु अलैहि वसल्लम दे जेहड़े ने उलमा ओ हो गए। इस वास्ते इस उम्मत विच मिर्जा साहब तक एक ही वजूद, यानी कि मिर्जा साहब के दरमियान और कोई बंदा ऐसा नहीं जिन्हें अल्लाह ताला नबी ना दिता होवे, क्योंकि नबी जिहड़ा वे ओ गलबा रखता वे शरफे मुकालमा व मुहातबा इलाह विच ना बाकियां तो। इस वास्ते यह चीज यानी कि मसीह मौऊद अलैहिस्सलाम बयान कर रहे हैं, साडा मौका भी है ही। हेलो, और की सवाल कंट्रोल कर सो भाजी, मिर्जा साहब बोलो। हाँ कोई तुम सवाल दसो तो मैं थोड़ा जिहा पहला रहता सी बस समेटदा। देख लो अंबर साहब भी लगे ने कि यानी कि गालियां हो रही है, बदतमीजी हो रही है, बदअखलाकी हो रही है, और नाम ही यानी कि अपने मुसलमान भी कह रहे हैं ना। मुसलमान कह के आप हेलो इकट्ठे नहीं हो रहे। जशान साहब ਜਿਹੜਾ ਹਾਂਜੀ। ਸਵਾਲ ਕੀਤਾ ਉਹਦਾ ਕੀ ਜਵਾਬ ਦਿੱਤਾ ਜੇ? ਉਹਨਾਂ ਨੂੰ ਕੋਈ ਸਮਝ ਆ ਗਈ? ਟਰੂ ਮੁਸਲਮ ਸਾਹਿਬ ਆ ਗਈ ਜੇ ਸਮਝ? ਅੱਗ ਤੇ ਪਾਣੀ ਲਦਾ ਹੋ ਗਏ ਨੇ ਕਿ ਇਕੱਠੇ ਹੀ ਨਹੀਂ ਹੈ? ਨਹੀਂ, ਮੈਨੂੰ ਤੇ ਸਹੀ ਸਮਝ ਦੱਸੇ, ਸੱਚੀ ਦੱਸੇ ਤੇ ਨਹੀਂ ਆਈ। ਅੱਛਾ, ਮੈਂ ਆਪਣੀ ਨਹੀਂ ਆਈ, ਮੈਨੂੰ ਵੀ ਨਹੀਂ ਆਈ, ਕਿਸੇ ਨੂੰ ਵੀ ਨਹੀਂ ਆਈ ਹੈ ਕਿ ਮਿਰਜ਼ਾ ਇਸ ਸਾਹਿਬ ਗੱਲ ਦੀ समझ उस बंदे ने आएगी जिस बंदे ने समय में ਦਾਇਰਾ सवाल ਸੀ ਹੋ करना। ਗਿਆ ਹੈ, ਅੱਛਾ, ਮੈਂ ਦਾਇਰਾ ਸੀ ਹੋ ਗਿਆ ਹੈ, ਨਬੀ ਮਿਰਜ਼ਾ ਸਾਹਿਬ ਸਾਹਿਬ ਸ਼ਰਫੇ ਮੁਕਾਲਮਾ। ਇੱਕ ਗੱਲ ਦੱਸਾਂ, मिर्जा साहब एक जगह लिख रहे ना कि उम्मती कुछ ऐसे गुजरे ने जिन्होंने अल्लाह ताला ने नबी और रसूल बनाया या देता, वो नबी और रसूल ना 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 ऐसा नहीं, ऐसा ना करो, ऐसा ना सामने ऐसा लगा के पढ़े ना, पूरी पेज पढ़े। मिर्जा साहब ने फरमाया कि अल्लाह ताला ने उन्होंने खिताब कीता उन्हां नाल ना नबी आ रहा, जिस तरह उलमाए उम्मती कामयाई बन इसराइल हज़रत मोहम्मद सल्लल्लाहु अलैहि वसल्लम ने अपने जेरे उलमा ने उनकी शान बयान की है कि मेरी उम्मत दे जेरे उलमा ने अल्लाह ताला दे नजदीक ओ बनी इसराइल दे नबियां तरह ने, ते नबी दा लेवल वध गया, हुन रैंक वध गया, क्योंकि वड्डा नबी आ गया। हुन नबी दा मुकाम मर्तबा पाने वास्ते जेरा इम्तियाजी शर्फ मुकालमा व मुहातबा इलाह है। निशान साहब इत्थों शुरू कर, येलो लाइन पढ़ो जी जेरी लिखी हुई है। हाँ, देखो नबी उनका खिताब आया, देखो नबी उनका खिताब है, नबी उन्होंने अल्लाह ताला खिताब नबी आरे कीता है। और उत्ते पढ़ो तुसी उत्ते की लिखिया है कुंतुम खैर उम्मत, अल्लाह ताला कलाम होया उन्हां दे नाल, ਇਹ ਕਹਿਣ ਦਾ ਮਤਲਬ ਹੈ ਸਾਡਾ। देखो ਨਬੀ ਕਹਿ ਕੇ ਮੁਖਾਤਬ ਕੀਤਾ ਉਹਨਾਂ ਨੂੰ।
ਨਹੀਂ ਨਹੀਂ ਨਹੀਂ, ਨਬੀਆਂ ਦਾ ਖਿਤਾਬ ਯਾਨੀ ਕਿ ਨਬੀ ਦਾ ਮੁਖਾਤਬ ਹੋਇਆ ਅੱਲਾ ਨੇ ਕਿਹਾ ਕਿ ਤੁਸੀਂ ਨਬੀ ਹੋ, ਇਹਦਾ ਮਤਲਬ ਇਹ ਹੈ ਕਿ ਅੱਲਾ ਨੇ नहीं नबी नहीं हो, नबी नहीं, यार ओ हालो खिताब करना सदर मुमलकत कौम मिलत खिताब ਉਹ ਨਬੀ ਹੋਣ ਦਾ ਖਿਤਾਬ ठीक है ਨਬੀ ਹੋਣ ਦਾ कौम ना जाए सदर पढ़ने दे उनको पूरा पेज पढ़ने आप का मतलब होना है जो गल हवाला दे रहे हैं उनको पूरा पेज पढ़ने वो करना एक होता है ना देना, किसी ने ना देना, किसी ना देना कि तू मेरा नबी है, उस नबी दे ब्याफ ते ना दे ब्याफ ते ओदे कोल शरफे मुकालमा व महात्मा लाया यानी वही लाई इम्तियाजी होनी चाहिए। इस वास्ते इस उम्मत विच मिर्जा साहब नाल जेड़ा अल्लाह ताला ने शरफे मुकालमा कीता ना वो किसी और नाल नहीं होया। इस वास्ते उन्हें अल्लाह ताला नबी दा नाम नहीं दिता। नबी दे नाम विच एक अल्लाह ताला एक दावा कर रहा है कि ए गलबा रखदा बाकिया हर लिहाज नाल। ठीक हो गया अमर साहब, ਉਹਨੂੰ ਪੁੱਛੋ ਜਿਹਦੇ ਨੂੰ ਸਮਝਾਉਣ ਲੱਗੇ ਜੇ ਉਹਨੂੰ ਸਮਝ ਆ नहीं नहीं वो समझे ना समझे तुसी सवाल किया, मैं थोड़ा रहता समेत ना वेख लो तुसी बड़े परेशान हो ना भी मुसलमान ਮੇਰੇ ਨਾਲ ਨਾ ਮੇਰੇ ਨਾਲ ਨਾ ਪੰਗਾ ਲਓ ਉਧਰ ਧਿਆਨ ਕਰੋ ਉਧਰ ਧਿਆਨ ਕਰੋ ਜਿਹੜਾ तुसी चुप रहो, मैं तुसी चुप रहो, मैं ਤੂੰ ਮੁਸਲਮ ਆ ਗਈ ਸਮਝ ਫਿਰ ਮੈਨੂੰ ਸਮਝਾ लेंगे बाद ਚ देखो वाजिब ਮੈਨੂੰ नहीं समझ आ रही, मैं नहीं समझा अच्छा ना आवे चलो ठीक नहीं समझ आ रही थोड़ा फिर मैंने अल्लाह ताला ने ਉਹਨਾਂ ਨੂੰ ਨਬੀ ਹੋਣ ਦਾ ਮਤਲਬ ਹੈ ਕਿ ਕਿਆ ਨਬੀ ਕਹਿ ਕੇ ਪੁਕਾਰਿਆ ਉਹਨਾਂ ਨੂੰ, ਇਹ ਕਹਿਣਾ ਚਾਹ ਰਹੇ ਹੋ? नबी नाम देखो, नबी नाम किसी ने देना मतलब हुंदा है कि अल्लाह ताला एक दावा कर रहा है कि ए मेरा नबी है और नबी दे लेवल दे नाल मैं कलाम करांगा। एक हुंदा खिताब, अल्लाह ने ਉਹਨਾਂ ਨੂੰ ਕਿਹਾ ਕਿ ਇਹ ਬੰਦਾ ਨਬੀ ਦੇ ਲੈਵਲ ਦਾ ਹੈ ਤੇ ਮੈਂ ਇਹਨੂੰ ਨਬੀ ਕਹਿ ਰਿਹਾ ਹਾਂ। ਇਹ ਸਮਝ ਆ ਗਈ नहीं 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 देखो एक बंदा देखो ना, एक बंदा डिग्रियां होंदियां ना, एक आम डॉक्टर है, एक वड्डा डॉक्टर है, फिर मुख्तलिफ किस्म दे डॉक्टर ने ना, वो डॉक्टर दे ब्याह ते उन्हां कोल क्वालिफिकेशन हुंदी है। ठीक है, कहना डॉक्टर कह सकते हो लेकिन क्वालिफिकेशन फर्क कर दी है मतलब डॉक्टर ਦੇ ਆਪਣੇ ਆਪਣੇ ਦਰਜੇ ਹੁੰਦੇ ਨੇ। हाँ ऐसे तरह हज़रत मोहम्मद सल्लल्लाहु अलैहि वसल्लम दी बेइज्जत जैसे बेइज्जत हुई है ना, उस टाइम नबूवत दा दायरा वध गया। आप सल्लल्लाहु अलैहि वसल्लम ने आला दर्जे दी वही पेश करके तमाम लोकां नूं खिताब कीता है, मुखातब होए ने। ਹੁਣ ਆਪ ਸੱਲੱਲਾਹੁ ਅਲੈहि ਵਸੱਲਮ ਦੇ ਜਿਹੜੇ ਮੌਜਜ਼ਾਤ ਨੇ ਨਾ ਉਹ ਇਸ ਹੱਦ ਤੱਕ ਵੱਧ ਗਏ ਨੇ, ਵੱਡੇ ਮੌਜਜ਼ਾਤ ਨੇ, ਵੱਡੇ ਨਬੀ ਦੇ ਵੱਡੇ ਮੌਜਜ਼ਾਤ। ਨਬੀ ਪਾਕ ਦੀ ਬੇਇੱਜ਼ਤ ਉਹ ਮੌਜਜ਼ਾਤ ਇਹ ਮਤਲਬ ਇੱਕ ਡਿਫਰੈਂਟ ਇਸ਼ੂ ਹੈ। ਇਹ ਦੱਸੋ ਕਿ ਉਹ ਦੱਸਣਾ ਪਿਆ ਇਹ ਜਿਹੜੇ ਉਮਤੀ ਨੇ ਨਾ ਇਹ ਮੌਜਜ਼ਾਤ ਤੇ ਮਜ਼ਹਰ ਨੇ, ਇਹ ਉਮਤੀ ਜਿਹੜੇ ਨੇ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਇਹ ਆਪ ਸੱਲੱਲਾਹੁ ਅਲੈहि ਵਸੱਲਮ ਦੇ ਮੌਜਜ਼ਾਤ ਤੇ ਮਜ਼ਹਰ ਨੇ। ਅੱਲਾਹ ਨੇ ਨਬੀ ਕਹਿ ਕੇ ਜਿਹੜਾ ਪੁਕਾਰਿਆ ਵੇ ਖਿਤਾਬ ਕੀਤਾ ਵੇ ਇਹਨਾਂ ਨੂੰ, ਇਹਦੇ ਬਾਰੇ ਜੇ ਅਸੀਂ ਗੱਲ ਕਰਨੀ। ਖਿਤਾਬ ਕੀਤਾ ਉਹ ਕਹਿ ਰਿਹਾ ਨਾ, ਖਿਤਾਬ ਕੀਤਾ ਵੇ ਅੱਲਾਹ ਨੇ ਇਹਨੂੰ ਨਬੀ ਕਿਹਾ ਵੇ, ਇਹਨੂੰ ਨਬੀ ਦਾ ਦਰਜਾ ਦਿੱਤਾ ਵੇ ਨਾ ਉਮਤੀ ਦਾ। ਉਹ ਬਨੀ ਇਸਰਾਇਲ ਦੇ ਨਬੀਆਂ ਦੀ ਤਰ੍ਹਾਂ ਯਾਨੀ ਕਿ ਉਹਦਾ ਮਕਾਮ ਮਰਤਬਾ ਅੱਲਾਹ ਤਾਲਾ ਦੇ ਨਜ਼ਦੀਕ। ਅੱਛਾ ਨਬੀ ਪਾਕ ਦੇ ਉਮਤੀਆਂ ਦਾ ਜਿਹੜਾ ਮਕਾਮ ਮਰਤਬਾ ਹੈ ਉਹ ਅੰਬਿਆ ਜਿਹੜੇ ਬਨੀ ਇਸਰਾਇਲ ਦੇ ਅੰਬਿਆ ਦੇ ਉਹਨਾਂ ਦੇ ਬਰਾਬਰ ਹੈ। अल्लाह ताला के नजदीक अल्लाह नबी करीम सल्लल्लाहु अलैहि वसल्लम फरमाया ना कौल मा उम्मती कामयाबी बन इसराइल नबी तरह ने के नजदीक अल्लाह के नजदीक। लेकिन नबी जरा नबी हर नबी एक भाई मिर्जा साहब ने लिखिया की है, पढ़ के सुनाओ एक बारी। आबद साहब पढ़ते क्यों नहीं लफज पढ़ो ਤੁਸੀਂ ਮੇਰੇ ਕੋਲੇ ਹਵਾਲਾ ਨਹੀਂ ਖੁੱਲ੍ਹਾ, ਪੜੋ ਨਾ ਯਾਰ। बस इस तरह पर बाज अफराद ने बावजूद उम्मती होने के नबी होने का खिताब पाया। नबी होने का खिताब कि तू नबी है, नबी होना वही तो समझा रहा ना, ऐस उम्मत नबी होने का कह रहा है अल्लाह ताला ने खिताब नबी हरा कीता, नाम दिता नहीं है। किन्नू नबी होने का खिताब दिता है, किन्नू मसला नबी हार जिस तरह मैं यानी बंदा जो है ना, मैं तो खिताब कर रहा नबियां हर खिताब को भाई मैं किसी जानवर ना खिताब करना तो मैं कहना मैं आप पर रहा मैं खिताब किया जानवर नाल। ਇਹ ਖਿਤਾਬ ਹੁੰਦਾ ਮੁਕਾਲਮਾ ਕਿਸ ਤਰ੍ਹਾਂ ਗੱਲ ਕਰਨਾ, ਕਿਸ ਨਾਲ ਗੱਲਬਾਤ ਕਰਨਾ। ਫਿਲਹਾਲ ਖਿਤਾਬ ਕਰੋ ਉਧਰ ਟਰੂ ਮੁਸਲਮ ਨਾਲ। ਟਰੂ ਮੁਸਲਮ को ਗੱਲ ਸਮਝ ਆ ਗਈ ਆ? ਨਹੀਂ ਮੈਨੂੰ ਨਹੀਂ ਸਮਝ ਵੇਖੋ ਨਹੀਂ ਸਮਝ ਆ ਰਹੀ ਉਹਨੂੰ ਸਮਝਾਓ ਯਾਰ ਕੋਈ। ਟਰੂ ਮੁਸਲਮ ਨੇ ਸਮਝ ਤਾਂ ਆਵੇਗੀ, ਤੁਹਾਨੂੰ ਤਾਂ ਸਮਝ ਆਏਗੀ ਯਾਰ। ਤੁਸੀਂ ਕਦੀ ਕਿਸੇ ਨੇ ਨਬੀ ਨੇ ਦਿਲੀ ਨਾਲ ਮੰਨਿਆ ਹੋਵੇ, ਤੁਹਾਨੂੰ ਪਤਾ ਹੋਵੇ ਨਬੀ ਕੀ ਹੁੰਦਾ ਹੋਵੇ, ਅੱਲਾਹ ਤਾਲਾ ਹਲਕੂਲਾ ਨਾਲ ਕਲਾਮ ਕਰਦਾ ਹੈ ਯਾਰ। ਤੁਸੀਂ ਪੁੱਠੇ ਪੰਗੇ ਮੇਰੀ ਗੱਲ ਸੁਣੋ ਅਜ਼ੀਸ਼ਾਨ ਸਾਹਿਬ, ਪੁੱਠੇ ਪੰਗੇ ਪਾਉਣ ਦੀ ਬਜਾਏ ਨਾ ਜਿਹੜੀ ਗੱਲ ਹੈ ਨਹੀਂ ਹੈ ਦੇਖੋ ਜਿਸ ਬੰਦਾ ਜਿਸ ਉਹਦੇ ਤੇ ਗੱਲ ਕਰੋ।
ਜਿਸ ਬੰਦੇ ਕੋ ਰੱਖਾ ਉਹ ਤੇ ਹੋਣਾ ਗੱਲ ਕਰੋ ਨਜ਼ਰ ਨਹੀਂ ਤੁਸੀਂ। ਆਉਂਦਾ ਤੇ ਜਿਹੜਾ ਬੰਦਾ ਪਹਿਲੇ ਅੰਧਾ ਹੋਵੇ ਤੁਹਾਡੇ ਹੱਥ ਦਾ ਜਿਹੜਾ ਯਾਰ ਕਦੀ ਕਿਸੇ ਤੁਸੀਂ ਨੇ ਅੰਧੇ- ਮੰਨਿਆ ਹੀ ਕੋਈ ਨਹੀਂ ਹੈ ਅੱਛਾ ਮੈਂ ਨਜ਼ਰ ਆਣਾ ਉਹ ਤੇ ਨਹੀਂ ਨਾਨਾ ਉਹ ਤੇ ਨਹੀਂ ਨਾਨਾ ਉਹ ਤੇ ਅੱਧਾ ਉਹ ਵੀ ਅੰਨਾ ਤੁਹਾਡੇ ਹੱਥ ਦਾ ਅੰਨਾ ਤੁਹਾਡੇ ਹੱਥ ਦਾ ਅੰਨਾ ਉਹਨੂੰ ਪੁੱਛੋ True Muslim ਤੋਂ ਅੰਨਾ ਹੈ। ਮੰਨਿਆ ਹੈ ਮੈਂ ਨਹੀਂ ਅੰਨਾ ਹਾਂ ਬਈ ਟਰੂ ਮੁਸਲਮ ਅੰਨਾ ਹੈ ਤੂੰ ਟਰੂ ਮੁਸਲਮ ਸਾਹਿਬ ਤੁਸੀਂ ਕਦੀ ਕਿਸੇ ਨਬੀ ਨੇ ਦਲੀਲ ਨਾਲ ਮੰਨਿਆ ਲੈ ਨਹੀਂ ਅਸੀਂ ਸਭ ਅੱਲਾ ਦੇ ਅੱਜ ਪਤਾ ਲੱਗਾ ਸਭ ਅੱਲਾ ਦੇ ਅੰਬਿਆ ਦੇ ਬਾਹਰ ਰਹੇ ਉਹਦਾ ਕੋਈ ਬੰਦੇ ਆ। ਮਾਨ ਨਹੀਂ ਦਲੀਲ ਨਾਲ ਮੰਨਿਆ ਕਦੀ ਤੁਹਾਡੇ ਕੋਲ ਰੱਖਾ ਹੈ ਨਾ ਦਲੀਲ ਵਾਲਿਆਂ ਯਾਰ ਤੁਸੀਂ ਮਤਲਬ ਜਿਹੜਾ ਬੰਦਾ ਹੋਵੇ ਉਹਦੇ ਤੋਂ ਕਹਿ ਨਹੀਂ ਕਹਿੰਦੇ ਉਹ ਤੇ ਕਹਿ ਰਹੇ ਯਾਰ ਵੇਖੋ ਨਾ ਉਹਦੀ ਕਹਿੰਦੇ ਬੰਦਰ ਕੀ ਜਾਨ ਅਦਰ ਦਾ ਸਵਾਦ ਹੈ ਬੰਦਰ ਨੂੰ ਨਹੀਂ ਨਬੀ ਦਾ ਪਤਾ ਕੋਈ ਨਹੀਂ ਨਬੀ ਦਾ ਪਤਾ ਕੋਈ ਨਹੀਂ ਤੇ ਬੰਦਿਆਂ ਨੂੰ ਕਹਿਣ ਲੱਗ ਪਿਆ ਫਲਾਣਾ ਝੂਠਾ ਤੇ ਟਮਕਾਣਾ ਝੂਠਾ ਭਾਈ ਸਮਝ ਆ ਗਈ ਹੈ ਮੈਨੂੰ ਸਮਝ ਨਿਸ਼ਾਨ ਸਾਹਿਬ ਆ ਗਈ ਤੁਹਾਡੇ ਦਿਮਾਗ ਹੀ ਨਿੱਕੇ ਨੇ ਤੁਹਾਨੂੰ ਸਮਝ ਹਾਂ ਵੇਖਿਆ ਕੋਈ ਬੰਦਾ ਹੈ ਥੋੜੀ ਇਹ ਅਸਲ ਗੱਲ ਇਹਨਾਂ ਨੂੰ ਮੋਟਰਸਾਈਕਲ ਦੇ ਪਿੱਛੇ ਇਹਨਾਂ ਨੂੰ ਸਕੂਟਰ ਦੇ ਪਿੱਛੇ ਬਹਿਣਾ ਨਹੀਂ ਆਉਂਦਾ ਸ਼ਾਰਪ ਸ਼ੂਟਰ मैंने ये समझ स्कूटर आई पीछे है बैठ- ਤਾਂ ਡਿੱਗੇ ਨੇ ਇਹ ਤਾਂ ਡਿੱਗੇ ਨੇ ਸਕੂਟਰ ਪਿੱਛੇ ਬਹਿੰਦੇ ਬਹਿਣਾ ਨਹੀਂ ਆਲੋ। ਆਉਂਦਾ ਤੁਸੀਂ ਤੁਸੀਂ ਚੋਲਿਆ मैंने- ਪੈ ਕੇ ਆਲੋ ਪੜੇ ਹੋ ਮੈਨੂੰ ਇਹ ਸਮਝ ਆਈ ਹੈ ਕਿ ਇਹ ਜਿਹੜਾ ਆਹੋ ਆਬਦ ਭਾਈ ਉਸਮਾਨ ਨੇ ਮਰਬੀ ਸਵਾਲ ਸਾਡੇ ਕੀਤਾ- ਪਿੰਡ ਵੀ ਆਇਆ ਸੀ ਅਸੀਂ ਉਹਦੀਆਂ ਸੁਣ ਲੈਣਾ ਗੱਲ ਸੁਣ ਲੈਣਾ ਗੱਲ ਤਾਂ ਸੁਣ ਲੈ ਬੇਟੀ ਆਬਦ ਭਾਈ ਨੇ ਜਿਹੜਾ ਸਵਾਲ ਕੀਤਾ ਕਿ ਭਈ ਮਿਰਜ਼ਾ ਸਾਹਿਬ ਨੇ ਇੱਕ ਜਿਹਾ ਹੀ ਕਿਹਾ ਕਿ ਮੈਂ ਹੀ ਉਮਤ ਵਿੱਚ ਇੱਕ ਹੀ ਇਕਦਾਰ ਹਾਂ ਦੂਜਾ ਕੋਈ ਨਹੀਂ ਤੇ ਦੂਜੀ ਜਿਹੀ ਉਹਨਾਂ ਨੇ ਲਿਖਿਆ ਕਿ ਇਸ ਕੋਲੋਂ ਪਹਿਲੇ ਵੀ ਉਮਤ ਦੇ ਅੰਦਰ ਨਬੀਆਂ ਦਾ ਖਿਤਾਬ ऐसा ना ਦਿੱਤਾ करो ਗਿਆ। मिर्जा साहब ने ऐसा ना करो मेरे साहब क्या है कि मैं एक वायद हाँ जो नबी नाम दिता ਕੋਈ ਨਾ ਹਾਂ ਨਾ ਨਬੀ ਦਾ ਨਾਮ ਪਾਣੇ ਲਈ ਮੈਂ ਹੀ नबी नाम दिता गया है तो ਹਾਂ। वाकया ਤੇ ਦੂਜੀ ਜਿਹੀ ਕਹਿੰਦੇ ਨੇ ਕਿ ਭਈ ਉਹਨਾਂ ਬੰਦਿਆਂ ਨੂੰ ਨਬੀ ਮਤਲਬ ਸਮਝ ਕੇ ਖਿਤਾਬ ਕੀਤਾ ਹੈ ਉਹਨੂੰ ਨਾਂ ਨਹੀਂ ਦਿੱਤਾ ਨਾ ਜੀ नबी वाला खिताब होया वजह है वे क्योंकि हजरत मोहम्मद सल्लल्लाहु अलैहि वसल्लम फरमाया कि मेरी उम्मत दे जेह्ड़े उलमा ने ना हाँ। वो बनी इस्राइल दे अंबिया दे लेवल दे ने ਜੋ ਸੂਰ ਔਰ ਬੰਦਰ ਨਹੀਂ ਨੇ हैं ਸੂਰ ਤੇ ਬੰਦਰ हजरत ਨਹੀਂ मोहम्मद ਨੇ सल्लल्लाहु अलैहि वसल्लम ने हजरत मोहम्मद सल्लल्लाहु अलैहि वसल्लम फरमाया कि जेह्ड़ा मसीह दा मुखालिफ है ना वो सुअर है ਇਹ ਕਿੱਥੇ ਗਿਆ ना मसीह कत्ल क्या नहीं करना सी ਨਾ ਕਿੱਥੇ ਗਿਆ ਕਿ ਮਸੀਹ ਦਾ ਮੁਖਾਲਫ ਜਿਹੜਾ ਹੈ ਤੇ ਉਹ- मसीह ने कत्ल ही सुअर ने करना सी ਇਹ ਕਿ- मसीह दे मुकाबले ते सुअर आना सी मसीह जरा वे सुअर कत्ल करेगा दज्जाल कत्ल करेगा ਆਬਦ ਸਾਹਿਬ ਤੁਹਾਨੂੰ ਸਮਝ ਆ ਗਈ ਵੇਖੋ ਮੌਜੂ ਕਿੱਥੇ ਟੁਰ ਚੱਲਿਆ ਆਬਦ ਸਾਹਿਬ ਤੁਹਾਨੂੰ ਸਮਝ ਆ ਗਈ ਗੱਲ ਦੀ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਮਸਲਾ ਹੋਰ ਜਿਹੜਾ ਹੈ ਮਸਲਾ ਨਹੀਂ ਆ ਰਹੀ ਤਾਂ ਗੱਲ ਕਰਨਾ ਵਿੱਚ ਚਾਚਾ ਉਹਨੂੰ ਕੋ ਪੁੱਛ ਲਓ ਫੇਰ ਆਖੇਂਗੇ ਮੈਨੂੰ ਅਹਿਮਦੀ ਕੋ ਲੱਭਦਾ ਤੇ ਮੈਂ ਪੁੱਛਣਾ ਇਸ ਵੇ ਆਏ सवाल दुहरा लो बड़ा ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਕੁਝ ਅਫਰਾਦ ਨੇ ਇਸ ਉਮਤ ਵਿੱਚ ਉਮਤੀ ਹੋਣ ਦੇ ਬਾਵਜੂਦ ਉਹਨਾਂ ਨੂੰ ਨਬੀ ਦਾ ਖਿਤਾਬ ਦਿੱਤਾ ਗਿਆ ਤੇ ਦੂਸਰੀ ਜਗ੍ਹਾ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਮੈਂ ਖੁਦ ਹੀ ਅਕੇਲਾ ਹੀ ਨਬੀ ਦਾ ਖਿਤਾਬ ਪਾ ਰਿਹਾ ਮੈਂ ਖੁਦ ਹੀ ਨਹੀਂ नहीं ऐसा ना करो मिर्जा साहब ने किया है कि मैं कल्ला ही है जो नबी का नाम दिता गया ठीक है ਜਿਹੜਾ ਪਹਿਲਾ ਨਾਮ ਕਿਹਾ ਸੀ ਜੋ ਕਿਹਾ ਜੋ ਨਬੀ ਦਾ ਖਿਤਾਬ ਦਿੱਤਾ ਗਿਆ सोलो देखो हर एक दाव है ना नाम एक दाव है नबी का लेवल का मुकालमा हजरत मोहम्मद सल्लल्लाहु अलैहि वसल्लम ने अल्लाह ताला ने नबी किया ना उन नबी का लेवल का मुकालमा जनाबे आप सल्लल्लाहु अलैहि वसल्लम के जरिए अल्लाह ताला ने औरतां नाल भी कीती जावे गैर नबियां नाल भी कीती जावे लेकिन ना नहीं दिता उन्होंने ਪਹਿਲੇ ਉਮਤੀਆਂ ਨਾਲ ਸਿਰਫ ਅੱਲਾਹ ਤਾਲਾ ਨੇ ਮੁਕਾਲਮਾ ਕੀਤਾ ਹੈ ਨਬੀ ਦੀ ਤਰ੍ਹਾਂ प्यारे भाई एक भी सुन लो गल ध्यान नाल सुन लो देखो हर एक चीज जेड़ा भी ना हुंदा ना ओहदे च एक पेशगोई हुंदी है ना एक ना च पेशगोई हुंदी है कि ए बंदा किस लेवल दा दावा कर रहा है अगर कोई बंदा कहंदा कि मैं नबी हां ਇਹਦਾ मतलब है ए बंदा दावा कर रहा है कि अल्लाह ताला मेरे नाल जिस तरह कलाम कर रहा है ना मेरे मुकाबले तो कोई नहीं होवे जेड़ा शो कर सके ठीक हो गया हालांकि अल्लाह ताला हलकुल्ला नाल अपने होने दी दलील देने वास्ते कलाम करदा है अल्लाह ताला बंदे नाल कलाम करदा है ताकि बंदे जेह्ड़े ने उन्हां दा पता लगे कि वाकई अल्लाह ताला है लेकिन जेह्ड़ा बंदा कहदा कि मैं नबी हां ना तो ओहदे नाल फिर करदा वे मुकालमा ज्यादा करदा है ताकि फर्क हो जाए कि इस बंदे दा ताल्लुक जेह्ड़ा वे ओह मुख्तलिफ है अल्लाह ताला नाल मिर्जा साहब ये फरमा रहे ने कि इस उम्मत विच अल्लाह ताला ने जेह्ड़े ने उलमा ने उलमा उम्मत ही कामयाबी बनी इसराइल ना हज़रत मसीह मौऊद अलैहिस्सलाम ने जेह्ड़ी कीती है मुजद्दिदीन हो गए खुलफा हो गए उलमा हो गए सारे इन्हें अल्लाह ताला जेह्ड़ा वे उन्हें बनी इसराइल दे अंबिया दी तरह अल्लाह ताला ने खिताब कीता है लेकिन नाम नहीं दिता तो जे नाम दिता वो एक ही है
ਇੱਕ ਦੀ ਪੇਸ਼ਗੋਈ ਸੀ। ਬਾਕੀਆਂ ਲੋਕਾਂ ਨਾਲ ਉਮਤੀਆਂ ਨਾਲ ਸਿਰਫ ਖਿਤਾਬ ਕੀਤਾ ਹੈ ਤੇ ਨਾਮ ਜਿਹੜਾ ਨਬੀ ਦਾ ਹੈ ਉਹ ਸਿਰਫ ਮਿਰਜ਼ਾ ਸਾਹਿਬ ਨੂੰ ਯਾਰ ਖਿਤਾਬ ਦੇਖੋ, ਖਿਤਾਬ ਜਿਹੜਾ ਵੇ ਖਿਤਾਬ ਤੇ ਅੱਲਾਹ ਤਾਲਾ ਗੈਰ ਨਬੀ ਨਾਲ ਕਰਦਾ ਕਿ ਨਹੀਂ ਕਰਦਾ? ਖਿਤਾਬ ਕਰਦਾ ਅੱਲਾਹ ਗੈਰ ਨਬੀ ਨਾਲ, ਗੈਰ ਨਬੀ ਨਾਲ ਤਾਲਾ ਕਲਾਮ ਕਰਦਾ ਹੈ ਕਿ ਨਹੀਂ ਕਰਦਾ? ਮਤਲਬ ਵਹੀ ਦੇ ਜ਼ਰੀਏ ਵਹੀ ਕਰਦਾ ਹੈ ਉਹਨਾਂ ਦੇ। ਯਾਰ ਅੱਲਾਹ ਤਾਲਾ ਜਿਸ ਬੰਦੇ ਨਾਲ ਕਲਾਮ ਕਰ ਨਬੀ ਨਾਲ ਵੀ ਤੇ ਬਗੈਰ ਗੈਰ ਨਬੀ ਨਾਲ ਕਲਾਮ ਕਰਦਾ ਕਿ ਨਹੀਂ ਕਰਦਾ? ਤੁਹਾਡਾ ਕੀ ਨਾਲ ਤੇ ਅੱਲਾਹ ਕਲਾਮ ਓਏ ਹੋਰ ਖਿਤਾਬ ਦੀ ਗੱਲ ਪਿਆ ਕਰਦੇ ਆਬਦ ਸਾਹਿਬ, ਇਹ ਕਹਿੰਦਾ ਪਿਆ ਕਿ ਖਿਤਾਬ ਕੀਤਾ ਹੈ, ਖਿਤਾਬ ਕੀਤਾ। ਉਹ ਮਿਰਜ਼ਾ ਸਾਹਿਬ ਲਿਖਿਆ ਨਬੀ ਹੋਣੇ ਕਾ ਖਿਤਾਬ ਦਿਆ ਹੈ। ਇੱਕ ਖਿਤਾਬ ਹੁੰਦਾ ਹੈ ਜਿਹੜਾ ਬੰਦੇ ਨੂੰ ਉਹ ਉਹਦਾ ਦਿੱਤਾ ਜਾਂਦਾ ਹੈ, ਇੱਕ ਖਿਤਾਬ ਉਹ ਹੁੰਦਾ ਹੈ ਜਿਹੜਾ तो खिताब आबर साहब वो खिताब ਹੁੰਦਾ ਨਾ ਜਿਹੜਾ ਬੰਦਾ ਕਿਸ ਤਰ੍ਹਾਂ ਗੱਲ ਕਰਦਾ ਵੇ ਉਹਨੂੰ ਕੀ ਕਹਿੰਦੇ ਅੱਲਾਹ ਤਾਲਾ ਖਿਤਾਬ ਹੀ ਕਰਦਾ ਨਾ। ਖਲੋ ਜਾ ਇੱਕ ਮਿੰਟ, ਮੈਨੂੰ ਗੱਲ ਕਰ ਲੈਣ ਦਿਓ। ਡਿਪਟੀ ਕਮਿਸ਼ਨਰ ਇੱਕ ਖਿਤਾਬ ਹੈ, ਥਾਣੇਦਾਰ ਐਸਐਚਓ ਵੀ ਇੱਕ ਖਿਤਾਬ ਹੈ ਕਿ ਵੀ ਤੁਹਾਨੂੰ नहीं ऐसा ना करो, ऐसा करो। खिताब लकब, ਇੱਕ ਮਿੰਟ ਮੈਨੂੰ ਗੱਲ ਕਰ ਲੈਣ ਦਿਓ ਨਾ ਯਾਰ, ਮੈਨੂੰ ਗੱਲ ਕਰ ਲੈਣ ਦਿਓ। ਜਿਹੜਾ ਖਿਤਾਬ ਦਿੱਤਾ ਜਾਂਦਾ ਨਾ ਕਿਸੇ ਬੰਦੇ ਨੂੰ, ਸਰ ਦਾ ਖਿਤਾਬ ਦਿੱਤਾ ਗਿਆ। ਅਲਾਮਾ ਇਕਬਾਲ ਨੂੰ ਬਰਤਾਨਵੀ ਹਕੂਮਤ ਨੇ ਸਰ ਦਾ ਖਿਤਾਬ ਦਿੱਤਾ ਹੈ, ਸਰ ਸੈਯਦ ਅਹਿਮਦ ਖਾਨ ਨੂੰ ਸਰ ਦਾ ਖਿਤਾਬ ਦਿੱਤਾ ਹੈ। ਇਹ ਹੁੰਦਾ ਖਿਤਾਬ ਜਿਹੜਾ ਇੱਕ ਉਹਦਾ ਹੁੰਦਾ, ਇੱਕ ਹੁੰਦਾ ਉਹ ਖਿਤਾਬ ਕਰਨਾ। मैं आपसे मुखातब हूँ, खिताब कर रहा हूँ, कलाम कर रहा हूँ। मैं वो कह रहा केड़ा जरा खिताब मैं कर रहा हूँ। मिर्जा साहब ने लिखा ना कि अल्लाह ताला ने नबिया दा खिताब कीता, वो जो खिताब है नबिया वाला उन्हां कोल और नबिया दा खिताब कीता किथे लिखिया? नबिया दा खिताब कीता वो खिताब नबिया वाली हुंदा है ना। देखो मैं एक गल कीती है ना, इस गल दा लेवल है नबी होने का खिताब दिया। भाई तू नबी है जिस तरह सारा होने का खिताब दिया जाता देखो है। नबी होने का खिताब खान को ऐसा रोला बड़ा ओए गल ते अद्धे घंटे च समझाण नहीं तुहाडे कोल होई है। आबद साहब अद्धे घंटा हो गया तुहाडे कोल, जे कोई नहीं गल समझ भी आंदी ते इजाजत ले लो, किसी और बंदे नु बुला लो। या अमर साहब देखो बंदा समझदा ओ ही है जिस बंदे ने किसी ने दलील मन्या हो। समझ सकदा है जी, समझदानी कमजोर है ना। अगर आबद साहब समझदानी कमजोर असूल है हुंदा है, ते तुसी ला दो कि ਇਹਦਾ ਦਿਮਾਗ ਇੰਨਾ ਨਹੀਂ, ਇਹ ਦੋਲੇ ਸ਼ਾਹ ਦਾ ਚੂਹਾ ਹੈ, ਇਹਨੂੰ ਨਹੀਂ ਸਮਝ ਆਉਂਦੀ। ਮੈਂ ਕਿਸੇ ਇੰਟੈਲੀਜੈਂਟ ਬੰਦੇ ਨੂੰ ਸਮਝਾ ਸਕਦਾ, ਠੀਕ ਹੈ? ਨਹੀਂ ਤੁਸੀਂ ਸਾਰੇ ਦੋਲੇ ਸ਼ਾਹ ਚੂਹੇ ਹੋ, ਤੁਸੀਂ ਸਾਰੇ। ਹਾਂਜੀ ਤੁਹਾਡੀ ਨਜ਼ਰ ਤੇ ਸਾਰੇ ਦੋਲੇ ਸ਼ਾਹ ਨਹੀਂ ਤੁਸੀਂ ਦੱਸੋ ਤੁਸੀਂ ਕਦੀ ਕਿਸੇ ਨੇ ਦਲੀਲ ਮੰਨਿਆ ਜੇ? ਸਾਰੇ ਇੰਟੈਲੀਜੈਂਟ ਯਾਰ ਫਜ਼ੂਲ ਗੱਲ ਨਾ ਕਰ। ਫਜ਼ੂਲ ਫਿਰ ਫਜ਼ੂਲ ਓਏ ਅੱਖਾਂ ਕਿ ਨਹੀਂ ਸਮਝਾ ਸਕਦਾ ਹੁੰਦੀ ਯਾਰ। ਉਹ ਆਬਰ ਸਾਹਿਬ ਦਲੀਲ ਲੱਖ ਹੁੰਦੀ ਏ ਅੱਖਾਂ, ਜਿਸ ਬਦਨ ਅੱਖਾਂ ਹੁੰਦੀਆਂ ਜੇ ਦਲੀਲ ਵਾਲਿਆ ਸਾਹਿਬ ਨੂੰ ਬੁਲਾਵਾਂ, ਫਿਰ ਮੈਂ ਮੁਫਤੀ ਸਾਹਿਬ ਨੂੰ ਸ਼ੇਅਰ ਕਰਾਂ ਬਰਾੜ ਬੰਦੇ ਆ ਗੱਲ ਕਰ ਸਿੱਧੀ ਉਹਦੇ ਨਾਲ। ਮੈਂ ਆਬਦ ਸਾਹਿਬ ਨਾਲ ਪਿਆ ਕਹਿੰਦਾ ਗੱਲ ਕਰਕੇ ਫੈਸਲਾ ਕਰ ਲਓ। ਮੈਂ ਕਿਹੜਾ ਅੱਧੇ ਘੰਟੇ ਦਾ ਯਾਰ ਠੋਕਾ ਠਾਕੀ ਤੇ ਸ਼ਲਵਾਰ ਦਾ ਅਲਫਾਜ਼ ਪਾਸ ਕਰਦੇ ਹੋ, ਉਹਦੀ ਗੱਲ ਕਰ ਰਹੇ ਹੋ। ਮੁਫਤੀ ਸਾਹਿਬ ਨੇ ਸ਼ਲਵਾਰ ਲਾ ਦਿੱਤੀ ਤੁਹਾਡੀ ਤੇ ਫਿਰ ਤੁਸੀਂ ਚੀਕਾਂ ਮਾਰਦੀਆਂ ਇੱਥੇ। ਹਾਂ ਵੇਖਿਆ ਜੀ ਮੈਂ ਵਾਲੀ ਲੈਵਲ ਦੇ ਬੰਦੇ ਵਿੱਚ ਤੁਸੀਂ ਗੱਲ ਕਰੋ। ਤੁਹਾਡਾ ਉਹ ਸ਼ਲਵਾਰ ਉਤਾਰ ਯਾਰ ਦਾ ਬੰਦਾ ਤੁਹਾਨੂੰ ਚਾਹੀਦਾ ਹੈ। ਆਬਦ ਦੇ ਕੋਲ ਕੋਈ ਗੱਲ, ਇਹਦੇ ਕੋਲ ਇਜਾਜ਼ਤ ਲੈ ਲੈ। ਆਬਦ ਇਹਦੇ ਕੋਲ ਇਜਾਜ਼ਤ ਲੈ ਲੈ, ਇਹਦੇ ਕੋਲ ਕੋਈ ਗੱਲ, ਹੋਰ ਕਿਸੇ ਨੂੰ ਬੁਲਾ ਲੈ ਯਾਰ। ਤੂੰ ਮੋਡਰੇਟਰ ਹੈ। ਨਿਸ਼ਾਨ ਸਾਹਿਬ ਸੌਰੀ, ਮੈਨੂੰ ਤੁਹਾਡੀ ਗੱਲ ਦੀ ਜਿਹੜੀ ਸੱਚੀ ਦੱਸੇ ਨਾ ਸਮਝ ਨਹੀਂ ਆ ਰਹੀ। नहीं यार आबर साहब को मैं माइक बंद करा ना। ਅੱਧਾ ਘੰਟਾ ਹੋ ਗਿਆ, ਸਮਝ ਨਹੀਂ ਆ ਰਹੀ ਤੇ ਆਬਦ ਸਾਹਿਬ ਇਜਾਜ਼ਤ ਲੈ ਲਓ ਇਹਨਾਂ ਕੋਲੋਂ, ਕਿਸੇ ਹੋਰ ਬੰਦੇ ਨੂੰ ਬੁਲਾ ਲਓ ਯਾਰ। ਲੈ ਲਈਏ ਮੈਂ ਹੁਣ ਕਹਾਂ ਮੈਨੂੰ ਸਮਝ ਆ ਗਈ ਏ। ਐਵੇਂ ਵੈਸੇ ਕੱਲ ਤੁਸੀਂ ਥੋੜੀ ਦੇਰ ਬਾਅਦ ਪੁੱਛੋਗੇ ਸਮਝਾਓ ਤਾਂ ਮੈਂ ਸਮਝਾ ਹੀ ਨਾ ਸਕਾਂ। ਸਮਝਾਣਾ ਤੇ ਪੈਣਾ ਨਾ ਫਿਰ, ਜਿਸ ਵੇ ਆਖਣਾ ਮੈਨੂੰ ਸਮਝ ਆ ਗਈ ਏ ਕਿ ਮੈਨੂੰ ਇਹਨਾਂ ਦੀ ਗੱਲ ਦੀ ਕੋਈ ਜ਼ਰਾ ਵੀ ਸਮਝ ਨਹੀਂ ਆਈ। ਮੈਂ ਤੁਹਾਨੂੰ ਫਿਰ ਸਮਝਾਣਾ ਹੈ ਆਬਰ ਸਾਹਿਬ ਨੂੰ। ਇਹਨੂੰ ਨਹੀਂ ਸਮਝਾ ਸਕਦਾ ਤੇ ਹੋਰ ਕੋਈ ਬੰਦਾ ਥੱਲੇ ਬੁਲਾ ਲਓ। ਆਬਦ ਸਾਹਿਬ ਜੀ ਨਹੀਂ ਇਹ ਬੰਦਾ ਇਹਨੂੰ ਜਗ੍ਹਾ ਟਾਕ ਮਾਸਟਰ ਸਾਹਿਬ ਆ ਜਾਣ, ਉਹ ਸ਼ਾਇਦ ਸਮਝਾ ਪਾਉਣ। ਟਾਕ ਮਾਸਟਰ ਸਾਹਿਬ ਤੇ ਜਿਹੜੇ ਨੇ ਇਹ ਬੜਾ ਔਖਾ ਮਸਲਾ ਇਹ ਨਹੀਂ ਸਮਝਾ ਸਕਦੇ। ਔਰ ਰਾਣਾ ਜਿਹੜਾ ਕਿ ਟਰੂਥ ਸੀਕਰ ਹੈ ਇਹ ਰਾਤ ਦਾ ਪੇ ਕਹਿੰਦਾ ਸੀ ਮੈਂ ਸਮਝਾ ਸਕਦਾ। ਇੱਕ ਟਰੂਥ ਸੀਕਰ ਉੱਤੇ ਤਸ਼ਰੀਫ ਲੈ ਆਓ, ਥੋੜਾ ਸਮਝਾ ਦਿਓ। ਲੈ ਆਓ ਜੀ ਥੱਲੇ ਤਸ਼ਰੀਫ ਉੱਤੇ ਲੈ ਆਓ। ਮੈਂ ਕਾਲ ਪਾ ਦੇ ਯੈਲੋ ਹਵਾਲਾ ਜਿਹੜਾ ਇਹ ਦੇ ਦਿਓ ਨੇ ਵੀ ਯਾਰ ਦੋਵੇਂ ਹਵਾਲੇ ਹੁਣ ਤੁਹਾਡੇ ਕੋਲ ਆ ਗਏ ਨੇ, ਸਮਝਾ ਲਓ ਜਿਹੜਾ ਸਮਝਾ। ਪਹਿਲਾ ਹਵਾਲਾ ਮੇਰੇ ਕੋਲ ਨਹੀਂ ਹੈ ਨਾ, ਮੇਰੇ ਕੋਲ ਦੂਸਰਾ ਹੈ। ਇਹ ਲੱਗਿਆ ਹੈ ਨਾ ਸਾਹਮਣੇ, ਇਹਦਾ ਸਕਰੀਨਸ਼ਾਟ ਲੈ ਲੈਣਾ। ਰਸਾਲਾ ਅਲ ਵਸੀਅਤ ਦਾ 12ਵਾਂ ਸਫਾ ਉੱਤੇ। ट्रूथ सीकर नहीं आएंगे,
ट्रूथ सीकर नहीं आएंगे तो सर गाला कटिया सन 20 साल पहले आगे ਨਹੀਂ ਉਹਨਾਂ ਨੂੰ ਛੱਡੋ 12 ਸਾਲ ਵਾਲੀ ਗੱਲ ਛੱਡੋ ਗੱਲ ਕਰ ਲਓ ਜੀ ਗੱਲ ਆਪ ਸਾਹਿਬ ਤੁਸੀਂ ਸਮਝ ਲਓ ਤੇ ਅਸੀਂ ਮਿਊਟ ਲਾਣਾ ਕੋਈ ਬੰਦਾ ਸਾਡੇ ਜੀ ਬੋਲੇ वेलकम ट्रुथ सीकर साहब वेलकम। एक मैं थोड़ा सा इंतबाह कर दूं आमिर नज़ीर साहब को कि आप गालियां ना दीजिएगा अपनी ब्रॉड पे, ना किसी से दिलवाइएगा, वरना रिकॉर्डिंग करके तो सैनी साहब की ब्रॉड पे फिर मैं चला दूंगा। मैं म्यूट हूं, मैं बोलने ही नहीं लगा। ट्रुथ सीकर साहब मॉडरेटर हो, ट्रू मुस्लिम है। मेरी गल सुन लो, मेरी गल सुन लो ना। गालियां ना देनी है ना दिलवानी है यार गालियां मैं अपनी दा जिम्मेदार हां, शार्प शूटर अपनी दा जिम्मेदार है। ਤੁਸੀਂ ਇੱਕ ਦੂਜੇ ਨੂੰ ਨਾ ਗਾਲਾਂ ਕੱਢੋ ਤੇ ਨਾ ਖਾਓ। ਜੇ ਮੇਰੇ ਮੂੰਹ ਚੋਂ ਕੋਈ ਗਾਲ ਨਿਕਲੀ ਤਾਂ ਮੈਂ ਜ਼ਿੰਮੇਦਾਰ, ਠੀਕ ਹੈ? ਨਹੀਂ ਤੁਹਾਡੀ ਕੋਈ ਗੱਲ ਨਹੀਂ ਯਾਰ ਬਰਾਡ ਮੇਰੀ ਤਾਂ ਮੈਂ ਜ਼ਿੰਮੇਦਾਰ ਹਾਂ ਲੋਕਾਂ ਦਾ, ਸਾਰਿਆਂ ਦਾ। ਤੁਸੀਂ ਅੱਛੀ ਗੱਲ ਕਰੋਗੇ, ਕੋਈ ਬੰਦਾ ਤੁਹਾਨੂੰ ਗਾਲ ਕੱਢੇਗਾ ਮੈਂ ਉਹਨੂੰ ਚੁੱਕ ਕੇ ਥੱਲੇ ਮਾਰੋ। ਤੁਸੀਂ ਇਹ ਟਰੂ ਮੁਸਲਿਮ ਮੋਡਰੇਟਰ ਨੂੰ ਕਹੇ ਥੱਲੇ ਸੁੱਟ ਦਿਓ ਉਹਨੂੰ ਜਿਹੜਾ ਗਾਲ ਕੱਢਦਾ। ਤੁਸੀਂ ਆਪ ਨਾ ਗਾਲਾਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰੇ ਤੇ ਤੁਸੀਂ ਕਹਿਣਾ ਕਿ ਇਸ ਬੰਦੇ ਨੇ ਬਦਤਮੀਜ਼ੀ ਕੀਤੀ ਹੈ ਤੇ ਤੁਸੀਂ ਉਸੇ ਲਈ ਕਹਿਣਾ ਕਿ ਅਗਰ ਮੁਸਲਮਾਨ ਹੋ ਤਾਂ ਇਹਨੂੰ ਥੱਲੇ ਸੁੱਟੋ। ਅਗਰ ਸਾਡਾ ਕੋਈ ਬੰਦਾ ਜਾਂ ਮੈਂ ਖੁਦ ਉਹਨੂੰ ਥੱਲੇ ਨਾ ਸੁੱਟਾਂ ਤਾਂ ਫਿਰ ਤੁਸੀਂ ਬੋਲਣਾ, ਤੁਸੀਂ ਕਹਿਣਾ ਕਿ ਅਸੀਂ ਮੁਨਾਫਿਕ ਹਾਂ, ਜੋ ਵੀ ਹਾਂ, ਅਸੀਂ ਇਨਸਾਫ ਪਸੰਦ ਨਹੀਂ ਹਾਂ। ਫਿਰ ਤੁਹਾਡੇ ਕੋਲ ਹੱਕ ਹੈ ਬੋਲਣ ਦਾ। ਕੋਈ ਗਾਲ ਕੱਢੇ, ਛੋਟੀ ਜੀ ਗਾਲ ਕੱਢੇ, ਤੁਸੀਂ ਜ਼ੋਰ ਨਾ ਬੋਲਣਾ ਕਿ ਇਸ ਬੰਦੇ ਨੇ ਗਾਲ ਕੀਤੀ ਹੈ ਤੇ ਇਹਨੂੰ ਮਿਊਟ ਕਰੋ। ਅਸੀਂ ਮਿਊਟ ਨਹੀਂ ਕਰਾਂਗੇ, ਥੱਲੇ ਸੁੱਟਾਂਗੇ ਸਿੱਧੇ। ਇਹ ਤੁਹਾਡੇ ਨਾਲ ਵਾਅਦਾ ਵੇ। ਜੀ ਹੁਣ ਸਵਾਲ ਇਹ ਹੈ ਕਿ ਮਿਰਜ਼ਾ ਸਾਹਿਬ ਲਿਖਦੇ ਨੇ ਕਿ ਕੁਝ ਉਮਤੀ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਨਬੀ ਦਾ ਖਿਤਾਬ ਦਿੱਤਾ ਜੀ, ਇਹਦਾ ਕੀ ਮਤਲਬ ਲੈਂਦੇ ਹੋ ਤੁਸੀਂ? ਇਹਦਾ ਮਤਲਬ ਹੈ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਨਬੀ ਬਣਾਇਆ, ਉਹਨਾਂ ਨੂੰ ਨਬੀ ਕਿਹਾ ਉਮਤੀਆਂ ਨੂੰ? नहीं, यहाँ पे ये नहीं लिखा हुआ कि अल्लाह ने खिताब दिया। मिर्जा साहब ने लिखा है ना अपनी किताब में, ये हवाला सामने लगा। उन्होंने वहां पे ये नहीं लिखा कि इन लोगों को अल्लाह ताला ने खिताब दिया। जी आमिर साहब, ये जो लिखी है आपने, लिखा है येलो हाईलाइट किया, ये पढ़ के सुना दें। हाँ, अल्लाह का नाम सही कह रहे हैं ट्रुथ सीकर साहब कि अल्लाह किसका रसाला अल वसीयत ते सफा कितना में ये दस दियो, मैं खुद पढ़ लेना इधरू। 12 सफा नंबर 12 2 दी 12। ਇਹ ਫਿਕਰਾ ਜਿਹੜਾ ਨੇ ਇਹਨੂੰ ਕਹਿੰਦੇ ਨੇ ਪੈਸਿਵਾਈਜ਼। ਇੱਕ ਹੁੰਦਾ ਐਕਟਿਵਾਈਜ਼ ਤੇ ਇੱਕ ਹੁੰਦਾ ਪੈਸਿਵਾਈਜ਼। ਇਹ ਪੈਸਿਵਾਈਜ਼ ਫਿਕਰਾ ਹੈ ਜਿਹਦੇ 'ਚ ਉਹਨਾਂ ਨੇ ਲਿਖਿਆ ਹੈ, ਪੈਸਿਵਾਈਜ਼ ਫਿਕਰੇ 'ਚ ਇੰਜ ਹੁੰਦਾ ਹੈ ਕਿ ਲੋਗੋਂ ਨੇ ਖਿਤਾਬ ਪਾਇਆ। ਦੇਣ ਵਾਲਾ ਕੌਣ ਹੈ? ਐਕਟਿਵਾਈਜ਼ ਉਹ ਨਹੀਂ ਨਜ਼ਰ ਆ ਰਿਹਾ ਕਿ ਐਕਟੀਵਿਟੀ ਕਿਹਦੀ ਹੈ। ਕਿਉਂ ਜੀ? ਫਾਈਲ ਨਜ਼ਰ ਨਹੀਂ ਆ ਰਿਹਾ, ਮਫੂਲ ਨਜ਼ਰ ਆ ਰਿਹਾ ਹੈ ਕਿ ਮਫੂਲ ਨੇ ਖਿਤਾਬ ਪਾਇਆ। ਨਬੀ ਹੋਣ ਦਾ ਖਿਤਾਬ ਮਫੂਲ ਨੂੰ ਮਿਲਿਆ। फाइल कौन है नजर नहीं आ रहा। गल ठीक, जेडी गल सही है मैं तो सही करांगा। और टू मुस्लिम साहब दूसरी बात ये है कि यहाँ पे अल्लाह ताला की तरफ पूरा वाला लिख देना, पूरा वाला ट्रुथ सीकर भाई लिखता है कि बस इस उम्मत में बाद लोगों ने उम्मती होने के बावजूद नबी होने का खिताब पाया। अच्छा, मफूल है उम्मती अफराद ते फाइल कौन है वैसे? अगर अल्लाह ताला फाइल नहीं तो फाइल कौन है ट्रुथ सीकर साहब? हाँ जी, यहाँ पे जैसे ये जिक्र नहीं है कि अल्लाह ताला ने खिताब दिया। एक जगह हज़रत मसीह मौद ने ये भी बताया। ओए कंट्रोल आमिर भाई, ये इजाजत है तो मैं 10 में चला जावा। हाँ, इजाजत है। नहीं उन्होंने फिर उन्होंने इजाजत होनी है। ट्रुथ सीकर जे तन्नू इजाजत है फिर उन्होंने इजाजत। बंदे यार गल आराम ना करो, मैं ਕਿਸੇ ਬੰਦੇ ਨੂੰ ਨਹੀਂ ਰੋਕਣ ਲੱਗਾ। ਤੁਸੀਂ ਵੀ ਕੰਟਰੋਲ पे इसलिए मैं पहले पूछा कि इन्होंने इजाजत है। नहीं तो देखो तो ट्रुथ सीकर भाई आपसे किसी ने बदतमीजी की, वो ट्रू मुस्लिम साहब उसको नीचे उतार देंगे, ठीक है? लेकिन मेरी तरफ साहब ਨੂੰ इजाजत है। नहीं, अगर इजाजत मेरी तरफ साहब ਨੂੰ इजाजत है, ਤੁਹਾਨੂੰ ਵੀ इजाजत है, ਉਹਨਾਂ ਨੂੰ भी इजाजत है। यहाँ अगर इजाजत नहीं है तो फिर मैं इजाजत लेता हूं भाई। तो ਤੁਹਾਡੀ ਮਰਜ਼ੀ ਹੈ, ਲੇਕਿਨ ਇਜਾਜ਼ਤ ਜੇ ਤੁਹਾਨੂੰ ਹੈ ਤਾਂ ਫਿਰ ਉਹਨਾਂ ਨੂੰ ਵੀ ਇਜਾਜ਼ਤ ਹੈ। ਤੇ ਜਾਂ ਤੁਸੀਂ ਵੀ ਕੰਟਰੋਲ ਰੱਖੋ ਆਪਣੀ ਜ਼ੁਬਾਨ ਤੇ, ਉਹ ਵੀ ਕੰਟਰੋਲ ਰੱਖਣਾ नहीं। जो हदीस है आप ट्रुथ सीकर भाई आप जवाब नहीं दे सकते तो आप इस बात का सहारा ना लें। जो हदीस है, हदीस पढ़े, अपनी तरफ से तहरीर ना करके तो ना बातें बोलो।
हदीस पढ़ो, जितनी दफा पढ़नी है पढ़ो। वहाँ पे ये है कि मेरे बाद 30 दज्जाल आएंगे जो नबूवत का दावा करेंगे। ये पूरी यार बात फिलहाल है। जेडे मौजूद गल करदे हो दिखा दो। साहब सवाल है कि मिर्जा साहब लिखते हैं बस इस तरह पर बाज अफराद ने बावजूद उम्मती होने के नबी होने का खिताब पाया, यानी कि पास इस तरह पर बाज अफराद, इस तरह से मुराद क्या है उन्होंने कोई पता नहीं, बावजूद उम्मती होने की, तो वो उम्मती है, इसमें कोई शक नहीं है कि वो उम्मती है, इसमें कोई शक नहीं, लेकिन साथ लिखते उम्मती होने के बावजूद नबी होने का खिताब पाया, यानी कि वो उम्मती तो है, कंफर्म है, लेकिन साथ साथ उनको नबी होने का भी खिताब दिया गया है। ये बात तो कंफर्म हो गई, समझ आ गई कि उम्मती को नबी होने का खिताब दे दिया गया है। अब ये कितने नहीं, लेकिन अल्लाह ने नहीं दिया, ये मैटर नहीं करता। या यहाँ पे ये यहाँ बात क्लियर हो गई ना कि उम्मती होने के बावजूद उनको उन्होंने नबी होने का खिताब पाया, ये मिर्जा साहब लिख रहे हैं। ये बात समझ आ गई ना आपको? हाँ, लेकिन एक जगह और जहाँ पे लेकिन ये मतलब नहीं दिया जा सकता कि ये खिताब अल्लाह दे रहा है, क्योंकि एक जगह और उन्होंने ये लिखा है कि जो है ना 1300 साल बाद को जो नबी होने का खिताब दिया जा रहा है ये अल्लाह की तरफ से नहीं है। हाँ, यहाँ पे ये नहीं लिखा हुआ कि अल्लाह की तरफ से, किसकी तरफ से? नबी तो अल्लाह की तरफ से होते हैं ना, सच्चे नबी अल्लाह ही की तरफ से होते हैं, ये तो हमारा ईमान है, आपका भी। हाँ जी, नबी खुद साफ्ता तो नहीं होता ना, आप कोई मुंह उठा के साफ्ता नहीं होता। यहाँ उसको नबी बनाएगा तो फिर वो ऐलान करेगा, नबी होने का दावा करेगा। हाँ, यहाँ पे नबी बनने की बात नहीं हो रही ना जो मुस्लिम साहब, यहाँ पे ये बात नहीं हो रही। और एक जगह उन्होंने ये भी लिखा हुआ है कि जो अल्लाह ने उसमें उन्होंने हदीस बताई कि जब उसने फरमाया कि मेरे और ईसा के दरमियान कोई नबी नहीं, और आगे लिखा कि 1300 साल 1400 साल बाद ही एक ऐसा वजूद आना था जिसको अल्लाह ने नबी से पुकारना था। ठीक है, तो यहाँ पे इसलिए इस बात का एक मिनट मुस्लिम साहब, इसमें यहाँ पे इस बात का मतलब ये नहीं है कि यहाँ पे अल्लाह ताला खिताब दे रहा है। यहाँ पे मतलब ये है कि जैसे अल्लाह ताला जब इल्हाम करता है, इल्हाम जो है आम लोगों को भी और फिर खास तौर पे बुजुर्गान को होते हैं, अकम इल्हाम भी हुए हैं उन्हें, उस इल्हामों की वजह से उन्होंने नबूवत से हिस्सा पाया। उस लिहाज से उन लोगों ने उनको नबी कह के या पुकारा भी, जैसे आला हजरत जो है अब्दुल कादिर जिलानी को ज़िल्ली मर्तबा नबूवत के लिए कहा कि हजरत अब्दुल कादिर जिलानी ज़िल्ली मर्तबा नबूवत पे फायद थे। तो ये जो पुकारना है ना, जो लोगों ने उनकी इल्हाम और तशरीफ, यानी अल्लाह हजरत ने खिताब दिया पीर अब्दुल कादिर जिलानी को, जी लोगों ने खिताब दिया, उनके इल्हाम लोगों ने खिताब दिया। ये कहना चाह रहे हैं ट्रूथ सीकर साहब, ये कहना चाह रहे हैं कि अल्लाह ने खिताब उनको नहीं दिया, लोगों ने उनको खिताब दिया और उन्होंने खिताब पा लिया। नबी को जो इनाम अल्लाह ने दिया था ना, जो इसका जिक्र पीछे हो रहा है, वो इनाम दिया था इल्हाम का। ये नहीं था कि अल्लाह ने उनको नबी बनाया या अल्लाह ने उनको नबी कह के पुकारा। सवाल तो सिर्फ इतना ही था जो आपने जवाब दे दिया है कि खिताब तो लोगों ने पाया, लेकिन खिताब पाने वाले भी लोग हैं और खिताब देने वाले भी लोग हैं, यही कह रहे हैं ना। लोगों ने लोगों को खिताब दिया नबी, हाँ, लेकिन लोगों के खिताब देने से वो नबी नहीं बन गए, वो नबी बने नहीं है। जाहिर है लोग तो नबी कहने का मतलब है कि लोगों ने एक शख्स को नबी होने का खिताब दिया, लेकिन वो नबी नहीं हुआ हकीकत में। हाँ, ये मानना है ना आपकी बात का? जी जी, कुछ लोगों ने एक शख्स को नबी होने का खिताब दे दिया। हाँ, ऐसे बुजुर्गान गुजरे हैं जो बड़े पाए के बुजुर्गान थे, शख्स ने खिताब भी पा लिया, लेकिन हकीकत में वो नबी नहीं है, बेशक लोगों ने उसको नबी होने का खिताब दे दिया है। जी जी, अच्छा ठीक है। मेरे साथ इस सवाल का जवाब है कि उन्होंने क्या, मैं इजाजत लेता हूँ, अल्लाह का जिक्र ही नहीं कि अल्लाह ने उन्होंने खिताब दिता है। लोगों की तरफ इशारा कर देता कि लोगों ने उन्होंने नबी होना। आमिर भाई दूजा वाला पढ़ो जरा, पहले वाला ਉਹਦੇ ਵਿੱਚ ਚੱਲਣਾ। नहीं ये नहीं अच्छा जी, ट्रू मुस्लिम साहब ਤੁਹਾਨੂੰ समझ आ गई गल? हाँ, हुण मैनूं समझ आ गई जिस तरह इन्होंने कहा कि कुछ लोगों ने एक बंदे नूं नबी होने का खिताब दिता है, ठीक है,
ਵਾਹ ਵਾਹ ਉਹਨੂੰ ਖਿਤਾਬ ਚ ਸੁਭਾਨ ਮਿਲ ਅੱਲਾਹ। ਗਿਆ ਹੈ, ਖਿਤਾਬ ਚ ਉਹਨੂੰ ਮਿਲ ਗਿਆ ਹੈ, ਕੋਈ ਸ਼ੱਕ ਨਹੀਂ। ਲੋਕਾਂ ਨੇ ਜੇ ਕਹਿ ਦਿੱਤਾ, ਲੇਕਿਨ ਹਕੀਕਤ ਲੋਕਾਂ ਨੇ- ਨਹੀਂ ਹੈ। ਉਹੀ ਹੋਈ ਗੱਲ, ਲੋਕਾਂ ਨੂੰ ਨਬੀ ਬਣਾਇਆ ਦੁਨੀਆ ਦੇ ਉੱਤੇ। ਹਾਂ, ਲੋਕਾਂ ਨੇ ਇੱਕ ਬੰਦੇ ਨੂੰ ਨਬੀ ਬਣਾ ਦਿੱਤਾ, ਖਿਤਾਬ ਵੀ ਦੇ ਦਿੱਤਾ ਨਬੀ ਦਾ, ਲੇਕਿਨ ਉਹ ਨਬੀ ਹੈ ਨਹੀਂ ਹਕੀਕਤ ਵਿੱਚ। ਹਾਂ, ਇਹ ਅਸਲ ਦੇ ਵਿੱਚ ਉਹਨਾਂ ਨੂੰ ਕਹਿਣਾ ਸੀ 3 ਬਜ਼ੁਰਗ ਦੱਸ ਦਿਓ ਤੇ 300 ਯੂਰੋ ਅਮਰ ਕੋਲ ਲੈ ਲਓ ਵਾਪਸ, ਪਿਛਲੇ ਸਾਲ ਦਾ ਮੇਰੇ ਕੋਲ ਹੈ, ਲੱਖ ਰੁਪਇਆ ਇੱਕ ਕੇ 300 ਯੂਰੋ ਇੱਕ ਕੇ, ਤੇ ਉਹਨਾਂ ਨੂੰ ਕਹੋ 3 ਬਜ਼ੁਰਗਾਂ ਦੇ ਨਾਂ ਦੱਸ ਦਿਓ, ਪਤਾ ਲੱਗੇ ਵੀ ਇਹਨਾਂ ਨੂੰ ਲੋਕਾਂ ਨੇ ਖਿਤਾਬ ਦਿੱਤਾ ਹੈ ਨਬੀ ਦਾ। ਇੱਕ ਤੇ ਉਹਨਾਂ ਦੱਸਿਆ ਪੀਰ ਅਬਦੁਲ ਕਾਦਰ ਜਿਲਾਨੀ ਨੂੰ ਅੱਲਾ ਹਜ਼ਰਤ ਨੇ ਆਖਿਆ ਹੈ, ਉਹ ਆਖਿਆ ਜਾਂ ਨਹੀਂ ਆਖਿਆ ਇੱਕ ਅਲੱਗ ਮਸਲਾ ਹੈ। ਉਹ ਨਹੀਂ ਆਖਿਆ ਅਮਰ ਭਾਈ, ਉਹ ਜ਼ਲੀਲ ਝੂਠ ਹੀ ਬੋਲਿਆ ਹੈ, ਇਹਨਾਂ ਝੂਠ ਹੀ ਬੋਲਿਆ, ਮੈਨੂੰ ਪਤਾ ਉਸ ਗੱਲ ਦਾ, ਇਹਨਾਂ ਝੂਠ ਹੀ ਬੋਲਿਆ ਹੈ। ਲੇਕਿਨ ਝੂਠ ਬੋਲ ਕੇ ਤੇ ਟਰੁਥ ਸੀਕਰ ਸਾਹਿਬ ਨੇ ਕਿਹਾ ਕਿ ਇੱਕ ਤੇ ਹੋ ਗਿਆ ਅੱਲਾ ਹਜ਼ਰਤ, ਉਹਨਾਂ ਨੇ ਪੀਰ ਅਬਦੁਲ ਕਾਦਰ ਜਿਲਾਨੀ ਨੂੰ ਜ਼ਿੱਲੀ ਮਰਤਬਾ ਨਬੂਵਤ ਤੇ ਆਖਿਆ। ਅੱਛਾ, ਤੇ 2 ਹੋਰ ਦੱਸ ਕੇ ਤੇ 300 ਯੂਰੋ ਆਪਣਾ ਲੈ ਲੈਣ। ਹੋਰ ਕਿਹੜਾ ਬੰਦਾ ਹੈ ਜਿਨ੍ਹਾਂ ਨੂੰ ਲੋਕਾਂ ਨੇ ਨਬੀ ਬਣਾਇਆ? ਵਾਹ ਵਾਹ ਵਾਹ। ਮੁਸਲਮਾਨ ਕਜ਼ਾਬ ਐਨੀ ਗੱਲ ਆ ਕੇ ਤੇ ਦੁੜਕੀ ਕਿਉਂ ਲਾ ਗਏ ਨੇ, ਇੱਕਦਮ ਜੰਪ ਕਰ ਗਏ ਨੇ ਕਿ ਮੈਂ ਹੁਣ ਇਜਾਜ਼ਤ ਲਾਂ, ਕੋਈ ਇੱਥੇ ਕੋਈ ਖਤਰਾ ਪੇਸ਼ ਆਇਆ ਉਹਨਾਂ ਨੂੰ? ਦੇਖੋ ਜੀ, ਅੱਲਾ ਕੋਲ ਦੇਖੋ ਹੋਇਆ ਕੋਈ ਉਹਨਾਂ ਨੂੰ? ਮੈਂ ਤੁਹਾਨੂੰ ਦਲੀਲ ਦੇਣਾ ਜੀ, ਸੁਣੋ। ਮੁਸਲਮਾਨ ਕਜ਼ਾਬ ਨੂੰ ਲੋਕਾਂ ਨੇ ਨਬੀ ਕਿਹਾ, ਲੇਕਿਨ ਉਹ ਨਬੀ ਨਹੀਂ ਸੀ। ਅਸਵਦ ਅੰਸੀ ਨੂੰ ਨਬੀ ਕਿਹਾ, ਉਹ ਨਬੀ ਨਹੀਂ ਸੀ। ਠੀਕ ਹੈ, ਵੇਖਿਆ ਇੰਜ ਦਲੀਲ ਦਿੰਦੇ ਨੇ ਭਾਈ। ਲੋਕਾਂ ਕੋਲ ਖਿਤਾਬ ਤੇ ਫਿਰ ਇਹਨਾਂ ਨੂੰ ਵੀ ਲੱਭਾ ਹੈ, ਮੁਸਲਮਾਨ ਨੂੰ ਵੀ ਲੱਭਾ ਹੈ। ਇਹ ਲੋਕ ਨੇ ਚਿਰਾਗ ਦੀਨ ਜਮੂਨੀ ਨੂੰ ਵੀ ਲੱਭਾ ਹੈ। ਲੋਕਾਂ ਨੂੰ ਕੋਲੋਂ ਤਾਂ ਲੋਕਾਂ ਨੂੰ ਖਿਤਾਬ ਲੱਭਦੇ ਰਹਿੰਦੇ ਨੇ ਯਾਰ, ਇਹ ਕੋਈ ਗੱਲ ਕਰਨ ਵਾਲੀ? ਇਹ ਮਿਰਜ਼ਾ ਸਾਹਿਬ ਨੇ ਲਿਖਿਆ ਸੀ, ਇਹ ਕਹਿਣਾ ਚਾਹੁੰਦੇ ਸੀ ਮਿਰਜ਼ਾ ਸਾਹਿਬ। ਟਰੂ ਮੁਸਲਿਮ ਸਾਹਿਬ, ਇਹ ਗੱਲ ਤੁਹਾਡੀ ਅਕਲ ਚ ਆਉਂਦੀ ਹੈ ਕਿ ਮਿਰਜ਼ਾ ਸਾਹਿਬ ਇਹ ਕਹਿਣਾ ਚਾਹੁੰਦੇ ਸੀ? ਹੈ ਮੈਰਿਜ ਨਹੀਂ ਆ ਰਹੀ, ਨਹੀਂ ਆ ਰਹੀ ਤੇ ਪ੍ਰੋਗਰਾਮ ਤੇ ਫਿਰ ਵੜ ਗਿਆ ਨਾ। ਫਿਰ ਕਾਹਨੂੰ ਤੁਹਾਨੂੰ ਮਤਲਬ ਇਹ ਐਡਾ ਵੱਡਾ ਇਖਤਿਆਰ ਹੈ ਤੁਹਾਡੇ ਹੱਥ ਵਿੱਚ, ਮੋਡਰੇਟਰ ਹੋ ਤੁਸੀਂ, ਬੁਲਾਓ ਕਿਸੇ ਹੋਰ ਨੂੰ, ਆਖੋ ਮੇਰੀ ਅਕਲ 'ਚ ਨਹੀਂ ਇਹ ਗੱਲ ਆ ਰਹੀ, ਕੀ ਤੁਸੀਂ ਯਬਲੀ ਜੀ ਮਾਰਤੀ ਸ਼ੁਰੂ ਛੱਡਦੀ ਏ ਤੇ ਛੱਡ ਕੇ ਦੌੜ ਗਏ। ਥੋੜਾ ਜਿਹਾ ਸਮਝਾਇਆ ਤੇ ਹੈ ਨਾ, ਇਸ ਮਤਲਬ ਇਸ ਗੱਲ ਦਾ ਮਤਲਬ ਹੈ ਕਿ ਲੋਕਾਂ ਨੇ ਇੱਕ ਬੰਦੇ ਨੂੰ ਨਬੀ ਹੋਣ ਦਾ ਖਿਤਾਬ ਦਿੱਤਾ ਵੇ, ਠੀਕ ਹੈ, ਉਹਨੂੰ ਖਿਤਾਬ ਮਿਲ ਗਿਆ, ਉਹਨੇ ਖਿਤਾਬ ਪਾ ਦਿਆ, ਲੇਕਿਨ ਹਕੀਕਤ ਵਿੱਚ ਉਹ ਨਬੀ ਨਹੀਂ ਹੈ। ਇਹ ਉਹਨਾਂ ਨੇ ਇਸ ਗੱਲ ਦਾ ਨਿਚੋੜ ਕੱਢਿਆ, ਪਹਿਲੀ ਗੱਲ ਦਾ ਜਿਹੜਾ ਹਾਈਲਾਈਟ ਕੀਤੇਗਾ। ਜੇ ਉਹ ਨਬੀ ਨਹੀਂ ਹੈ, ਜੇ ਉਹ ਨਬੀ ਨਹੀਂ ਹੈ ਨਾ, ਤੇ ਨਬੀ ਲੋਕਾਂ ਨੇ ਉਹਨੂੰ ਕਿਹਾ, ਤੇ 2 ਹੀ ਗੱਲਾਂ ਨੇ, ਜਾਂ ਕਹਿਣ ਵਾਲੇ ਕਜ਼ਾਬ ਨੇ ਤੇ ਜਿਹਦਾ ਆਪਣਾ ਦਾਅਵਾ ਤੇ ਉਹ ਕਜ਼ਾਬ ਹੈ। ਜਿਹੜਾ ਨਬੀ ਨਹੀਂ ਉਹਨੂੰ ਨਬੀ ਕਹਿਣਾ, ਜਾਂ ਕਹਿਣ ਵਾਲੇ ਦਾ ਬੇੜਾ ਗਰਕ ਹੋ ਗਿਆ ਤੇ ਜਾਂ ਜਿਹਨੇ ਦਾਅਵਾ ਕੀਤਾ ਉਹਦਾ ਬੇੜਾ ਗਰਕ ਹੋਇਆ। ਜਦੋਂ ਉਹ ਨਬੀ ਹੈ ਹੀ ਨਹੀਂ ਤੇ ਉਹਨੂੰ ਨਬੀ ਕਹਿਣਾ ਜਾਇਜ਼ ਹੈ? ਨਹੀਂ, ਉਹ ਨਬੀ ਨਹੀਂ, ਲੇਕਿਨ ਲੋਕਾਂ ਨੇ ਉਹਨਾਂ ਨੂੰ ਕਿਹਾ ਹੈ ਨਬੀ, ਲੋਕਾਂ ਨੇ ਉਹਨਾਂ ਨੂੰ ਨਬੀ ਮਤਲਬ ਬਣਾਇਆ। ਜੇ ਲੋਕਾਂ ਨੇ ਕਿਹਾ, ਜੇ ਉਹਨਾਂ ਨੇ ਲੋਕਾਂ ਨੇ ਕਿਹਾ ਹੈ ਤੇ ਲੋਕਾਂ ਦਾ ਬੇੜਾ ਗਰਕ ਹੋ ਗਿਆ ਨਾ। ਫਿਰ ਲੋਕਾਂ ਦਾ ਹੋ ਗਿਆ, ਉਹਦਾ ਆਪਣਾ ਦਾਵਾ ਤਾਂ ਨਹੀਂ ਨਜ਼ਰ ਆ ਰਿਹਾ ਨਾ, ਜੇ ਉਹਦਾ ਹੈ ਹੀ ਨਹੀਂ। ਆਮਰ ਭਾਈ ਇੱਕ ਸਵਾਲ ਹੈ ਮੇਰਾ, ਪਹਿਲੇ ਆਬਦ ਸਾਹਿਬ ਨੂੰ ਸਮਝ ਆਉਂਦੀ ਸੀ ਜਾਂ ਅਸੀਂ ਇਹਨੂੰ ਕਹਿੰਦੇ ਸਾਂ ਇਹ ਪਾਗਲ ਹੈ, ਅੱਜ ਇਹਨੂੰ ਸਮਝ ਨਹੀਂ ਆਉਂਦੀ, ਅੱਜ ਕੀ ਕਹਾਂਗੇ? ਮੈਨੂੰ ਜਿਹੜੀ ਸਮਝ ਨਹੀਂ ਆ ਰਹੀ, ਮੈਂ ਦੱਸ ਰਿਹਾ ਮੈਨੂੰ ਨਹੀਂ ਆ ਰਹੀ। ਉਹ ਨਹੀਂ, ਬੜੇ ਮਜ਼ੇ ਦਾ ਸਵਾਲ ਹੈ, ਠਹਿਰੋ ਉਹਨਾਂ ਨੂੰ ਆਣ ਦਿਓ। ਬਹੁਤ ਆਮਰ ਭਾਈ ਜਵਾਬ ਦਿਓ ਜੀ। ਹਾਂ, ਇਹ ਕਹਿ ਰਹੇ ਸੀ, ਨਿਸ਼ਾਨ ਕਹਿ ਰਹੇ ਸੀ ਕਿ ਅੰਨਾ ਹੈ, ਟਰੂ ਮੁਸਲਮਾਨ ਅੰਨਾ ਹੈ, ਇਹਨੂੰ ਪਤਾ ਹੀ ਨਹੀਂ ਹੈ, ਨਜ਼ਰ ਨਹੀਂ ਸੁਆਉਂਦਾ। ਤਾਂ ਹੁਣ ਇਹ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ, ਹੁਣ ਕੀ ਕਹੋਗੇ? ਟਰੂ ਮੁਸਲਮਾਨ ਕੀ ਮਸਲਾ ਬਣਿਆ ਯਾਰ, ਕੋਈ ਗੱਲ ਸਮਝ ਮਿਰਜ਼ਾ ਸਾਹਿਬ? ਇਹ ਸਮਝ ਹੀ ਨਹੀਂ ਆ ਰਹੀ, ਮਤਲਬ ਉਹ ਗੱਲ ਥੋੜਾ ਮੌਜੂ ਬਦਲ ਦਿੰਦੇ ਨੇ। ਇਹ ਜਿਹੜਾ ਤੂੰ ਮਿਰਜ਼ਾ ਸਾਹਿਬ ਕਹਿ ਕੇ ਗਿਆ ਜੀ, ਸਮਝ ਆਈ ਇਸ ਬੰਦੇ ਦੀ ਗੱਲ ਦੀ ਥੋੜੀ ਸਮਝ ਆ ਗਈ ਹੈ ਮੈਨੂੰ। ਕਿਹੜੇ ਬੰਦੇ ਦੀ? ਜਿਹੜਾ ਟਰੁਥ ਸੀਕਰ ਜਿਹੜੇ ਆਖਰੀ ਕਹੀਏ, ਇਹਦਾ ਇਹ ਉਹ ਵੀ ਗੱਲ ਵੜ ਗਈ, ਉਹ ਵੀ ਗੱਲ ਨਾਲ ਹੀ ਵੜ ਗਈ ਹੈ ਕਿ ਉਹਨੇ ਕਮ ਅਜ਼ ਕਮ ਕਲੀਅਰ ਤੇ ਕੀਤਾ ਨਾ ਕਿ ਇਸ ਜੁਮਲੇ ਤੋਂ ਕੀ ਮੁਰਾਦ ਹੈ। ਕੁਝ ਲੋਕਾਂ ਨੇ ਇੱਕ ਬੰਦੇ ਨੂੰ ਨਬੀ ਬਣਾ ਦਿੱਤਾ, ਜਾਨ ਪੜਾਈ। लोग कितने लिखे था कि लोगों को लोगों के आपने लोग कह के कैपिटल साहब ये गल नहीं, लोगों से उन्होंने नाम पाया। ਪੈਸੇ ਵਾਈਜ਼ ਤਹਰੀਰ ਵਿੱਚ ਗੱਲ ਵਸੀਅਤ ਵਿੱਚ ਨਾ ਲੋਕਾਂ ਦਾ ਜ਼ਿਕਰ ਹੈ ਤੇ ਨਾ ਅੱਲਾ ਦਾ ਜ਼ਿਕਰ ਹੈ। ਹਾਂ, ਸ਼ਾਬਾਸ਼, ਬਹੁਤ ਅੱਲਾ, ਅੱਲਾ ਦਾ ਜ਼ਿਕਰ ਹੈ ਤੇ ਨਾ ਲੋਕਾਂ ਦਾ। हाँ, तो और दसो कि खिताब अल्लाह को मिलता है या लोगों को मिलता है?
किताब च अंडरस्टूड अल्लाह को भी मिलता है नबी हाँ अल्लाह कहता अल्लाह यस्तफी मिन मलाइकति रुसुलन व मिनन नास अल्लाह कहता मैं खुद चुनना हाँ तो नबी जितने भी आए ने अल्लाह खुद चुनता है उन्होंने हाँ जी तो फिर तुसी ना क्यों ना आबद भाई तो जुल्म ना करो ये नबी ने अल्लाह बनाता है अल्लाह चुनता है फिर वो जाके दावा करते ने जी जी खिताब अल्लाह देंदा है ना ते मैं ट्रूथ सीकर साहब दी गल ना को कि मैंने समझ आई है तुसी कहो कि उसने पंचल लाने की कोशिश की है लेकिन मैंने समझ नहीं आई नहीं मैं कह रहा कि उन्हें ਜਿਹੜੇ ਉਹਦੇ ਨਜ਼ਦੀਕ ਜਿਹੜਾ ਮੀਨ ਸੀ ਨਾ ਇਸ ਗੱਲ ਦਾ ਉਹਨੇ ਉਹ ਦੱਸਿਆ ਹੈ ਤੇ ਮੈਨੂੰ ਇਹ ਸਮਝ ਆਇਆ ਕਿ ਉਹਦੇ ਨਜ਼ਦੀਕ ਇਹ ਮਾਨੀ ਹੈ ਇਸ ਗੱਲ ਦਾ ਮੈਂ ਨਹੀਂ ਕਹਿ ਰਿਹਾ ਕਿ ਮੈਂ ਉਹਦੇ ਨਾਲ ਇਤਫਾਕ ਕਰ ਰਿਹਾ ਮੇਰਾ ਤਾਂ ਇਹ ਈਮਾਨ ਹੈ ਕਿ ਨਬੀ ਅੱਲਾਹ ਦੀ ਤਰਫੋਂ ਹੁੰਦੇ ਨੇ ਆਬਦ ਭਾਈ ਤੁਹਾਨੂੰ ਉਹ ਲੋਕਾਂ ਦੀ ਤਰਫ ਕਹਿ ਰਿਹਾ ਆਬਦ ਭਾਈ ਇਹ ਜੀਆਂ ਗੱਲਾਂ ਕਦੇ ਤੁਹਾਨੂੰ ਸਮਝ ਨਹੀਂ ਆਉਂਦੀਆਂ ਉਹਦੀ ਗੱਲ ਨਾਲ ਇਹ ਜੀਆਂ ਗੱਲਾਂ ਤੁਹਾਨੂੰ ਕਦੇ ਸਮਝ ਨਹੀਂ ਆਉਂਦੀਆਂ ਤੇ ਤੁਸੀਂ ਮੇਰੇ ਕੋਲ ਰੋਜ਼ ਆਇਆ ਕਰੋ ਮੈਂ ਬ੍ਰੌਡ ਲਾਣਾ ਤੁਹਾਨੂੰ ਮੈਂ ਮੋਡਰੇਟਰ ਬਣਾ ਦਿਆਂਗਾ ਰੋਜ਼ ਇੱਕ ਨਵੀਂ ਗੱਲ ਮੈਂ ਰੱਖਾਂਗਾ ਜੀ ਠੀਕ ਹੈ ਜਿਹੜੀ ਮਿਰਜ਼ਾ ਸਾਹਿਬ ਨੇ ਇੱਕ ਜਾਈ ਕੁਝ ਹੋਰ ਕਹੀ ਹੋਈ ਹੈ ਤੇ ਦੂਜੀ ਜਾਈ ਕੋਈ ਹੋਰ ਕਹੀ ਹੋਈ ਹੈ ਤੇ ਤੁਸੀਂ ਪੁੱਛਦੇ ਜਾਓ ਲੋਕਾਂ ਕੋਲੋਂ ਨਹੀਂ ਇਹਦਾ ਕੀ ਕਾਰਨ ਹੋ ਸਕਦਾ ਕਿ ਮਿਰਜ਼ਾ ਸਾਹਿਬ ਦੀਆਂ ਗੱਲਾਂ ਤਜ਼ਾਦ ਕਿਉਂ ਹੈ ਇਹ और आबिद भाई वल्ला वल्ला अल्लाह नु हाज़र जाज़र जान के कहना कि ऐ तजाद हाँ नहीं ये मैं भी कह सकना कि दो एक जगह मिर्जा साहब एक चीज़ का इकरार करते ने ते दो चार कदम चुके उदा इनकार करते ने देखो नहीं या फिर पहली दफ़ा ही इनकार करनगे मिर्जा जी ते कुछ दूसरी जगह ते इकरार कर देंगे एक जगह मुखालफत हो रही है एक जगह उहदे हक दे विच गवाही दी जा रही देखो जी देखो आबिद भाई उन्होंने कहा कि इमाम महदी दियां जितनियां भी हदीसां ने जितनियां सारियां झूठियां मखदूश ते मनगढ़ंत ने सारियां ठीक है ते फिर अपनी दलील ले जिहड़ा है ते इमाम महदी दी ओह देंदे ने पे लगे दे एक हदीस भी देंदे ने पहले कहंदे ने कि सारियां एक भी सही नहीं देखो कदे एक भी सही नहीं ते आबिद भाई ओह जिहड़ी उन्हां विचों चाह के एक देंदे ने ਉਹਦੇ ਮੁਤਾਬਕ ਉਹ ਮਾਮਲੇ ਦੀ ਤਸੱਵਰ ਕੀਤੀ ਜਾਏ ਨਾ ਏ ਵੈਲ ਯਾਰ ਅੱਜ ਤੁਹਾਡਾ ਦਿਮਾਗ ਸੈੱਟ ਕੰਮ ਕਰਦਾ ਕੀ ਚੱਕਰ ਹੈ ਨਹੀਂ ਦੇਖੋ ਮੈਂ ਤਾਂ ਜਿਹੜੀ ਇੱਕ ਰਿਐਲਿਟੀ ਹੈ ਉਹਨੂੰ ਤਸਲੀਮ ਕਰਨ ਦਾ ਨਾ ਆਬਦ ਭਾਈ ਇੱਕ ਮਜ਼ੇ ਦੀ ਗੱਲ ਦੱਸਣਾ ਇੱਕ ਜਿਹੀ ਮਿਰਜ਼ਾ ਸਾਹਿਬ ਲਿਖਦੇ ਨੇ ਕਿ ਇਮਾਮ ਮਹਿਦੀ ਲਈ ਇਹ ਜ਼ਰੂਰੀ ਹੈ ਕਿ ਆਦਮ ਵਕਤ ਹੋਵੇ ਔਰ ਦੂਜਾ ਉਹ ਦੁਨੀਆ ਵਿੱਚ ਕੋਈ ਉਹਦਾ ਉਸਤਾਦ ਨਾ ਹੋਵੇ ਦੁਨੀਆ ਦਾ ਕੋਈ ਉਸਤਾਦ ਨਾ ਹੋਵੇ ਜਿਹਦੇ ਕੋਲ ਉਹ ਕੁਰਾਨ ਵਕਤ ਮਤਲਬ ਕੀ ਜ਼ਿੰਦਾ ਹੋਵੇ यानी नहीं नहीं आदम यानी कि उस टाइम पे ओदी लियाकत दा कोई भी बंदा ना होवे पूरी दुनिया ते ठीक है मुकाबले दा बंदा ना होवे हाँ ठीक है और ओ मुकाबले दा बंदा नहीं होएगा ते कोई उस्ताद नहीं हो सकता ना उस्ताद अगो ये भी कहंदे ने कि उस्ताद दुनिया में कोई उस्ताद ना होवे इमाम महदी दा वो सारा कुरान ते सारा कुछ अल्लाह को डायरेक्ट पढ़ के आवे और हलफ देंदे ने हलफ कि मैं हलफ देता हूं कि मेरा भी यही हाल है कि कोई बंदा साबित नहीं कर सकता कि मैंने किसी दुनियावी उस्ताद से कुरान का एक हर्फ भी पढ़ा हो या किसी मुहद्दिस की शागिर्दी इख्तियार की हो और कहते ने कोई भी नहीं साबित कर सकता फिर आप ही साबित कर देता ने आपने सारे उस्तादा ने नाम लिखे देने अमर भाई यही गल है या नहीं है हाँ जी फजल अहमद ते एक दा ना फजल दोस्त और गुल अख्तर एक जड़ा वो शिया है और कहंदे ने गुलशन हां ओ ते कहंदे ने नमूत होंदा है ना नमाज पढ़दा है और वो जिथे बहंदा है उथे पेशाब ते बहाना पिया रहंदा है मैं हुण तुहानू हवाले पेश आहो गुलशाह कोल ते इन्हां ने शेख बटालियन ने तना दवा ने पढ़िया ना हां आबिद भाई देखो खुद हलफ दे रहे ने यार हलफ दे रहे ने कि मेरा भी यही हाल है कि दुनिया का कोई बंदा साबित नहीं कर सकता कि मैं किसी को कुरान का एक लफ्ज़ ही दुनिया में पढ़िया हो आप ही दसते ने कि पहले मेरे अदनान मतलूब साहब है ने इन्हां बुला के पूछ ले शायद तेरा मसला हो जाए अपना ट्रू मुस्लिम फिर बात में बात करनी है अदनान मतलूब साहब ने एक ते इन्हां मैं इनवाइट किया हो सकता है तेरे सवाल का जवाब दे दे नहीं फिर सिर ही ना तेरा खराब हो कहंदे ने सिर छोटा है सिर च गल नहीं बढ़ती है तेरे च अन्ना है वो पे कहंदा सी अन्ना किसी बंदे ने समझ नहीं